ਜਦੋਂ ਵੀ ਅਸੀਂ ਅਰਦਾਸ ਦੇ ਵਿੱਚ ਗੁਰੂ ਪਾਤਸ਼ਾਹ ਦਾ ਨਾਮ ਲਈਏ, ਗੁਰੂ ਅਮਰਦਾਸ ਮਹਾਰਾਜ ਦਾ ਨਾਮ ਲਈਏ, ਤਾਂ ਸਾਡੇ ਜ਼ਿਹਨ ਦੇ ਵਿੱਚ, ਸਾਡੇ ਮਨ ਦੇ ਵਿੱਚ ਇਹ ਗੱਲ ਜ਼ਿਕਰ ਆਉਣਾ ਚਾਹੀਦਾ ਹੈ ਕਿ ਜਦੋਂ ਅਸੀਂ ਮਹਾਰਾਜ ਦਾ ਨਾਮ ਲੈ ਰਹੇ ਹਾਂ ਤਾਂ ਸਿਰਫ ਇੱਕ ਨਾਮ ਮਾਤਰ ਨਾਮ ਨਹੀਂ ਲੈ ਰਹੇ ਜਾਂ ਸਿਰਫ ਅਰਦਾਸ ਕਰਨ ਦੇ ਲਈ ਅਸੀਂ ਨਾਮ ਨਹੀਂ ਲੈ ਰਹੇ। ਉਸ ਨਾਮ ਦੇ ਵਿੱਚ ਜੋ ਮੈਸੇਜ ਹੈ, ਜੋ ਨਿਯਮ, ਜੋ ਸਾਡੇ ਸਿਧਾਂਤ ਉਹਨਾਂ ਨੇ ਸਾਨੂੰ ਦ੍ਰਿੜ ਕਰਵਾਏ ਨੇ, ਸਾਨੂੰ ਜਿੰਨੀ ਵਾਰੀ ਅਰਦਾਸ ਦੇ ਵਿੱਚ ਗੁਰੂ ਪਾਤਸ਼ਾਹ ਦਾ ਨਾਮ ਲੈਣਾ ਉਨੀ ਵਾਰੀ ਉਹ ਸਿਧਾਂਤ ਸਾਡੇ ਮਨ ਦੇ ਵਿੱਚ ਦ੍ਰਿੜ ਹੋਣੇ ਚਾਹੀਦੇ ਆ ਕਿ ਅਸੀਂ ਇਹ ਸਿਧਾਂਤ ਸਾਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ ਦਿੱਤੇ ਨੇ। ਜੇਕਰ ਅਸੀਂ ਇਸ ਤਰ੍ਹਾਂ ਨਹੀਂ ਕਰਦੇ ਤਾਂ ਯਕੀਨ ਮੰਨਿਆ ਜੇ ਕਿ ਸਾਡੀ ਜਿਹੜੀ ਅਰਦਾਸ ਹੈ ਉਹ ਅਸੀਂ ਸਿਰਫ ਇੱਕ ਤੋਤਾ ਰਟਨ ਕਰ ਰਹੇ ਹਾਂ। ਫਿਰ ਅਸੀਂ ਸਿਰਫ ਬੋਲਣ ਦੇ ਵਾਸਤੇ ਬੋਲ ਰਹੇ ਹਾਂ, ਅਸੀਂ ਉਹ ਨਾਮ ਧਿਆ ਨਹੀਂ ਰਹੇ। ਜਦੋਂ ਅਸੀਂ ਗੁਰੂ ਨਾਨਕ ਦਾ ਨਾਮ ਧਿਆਉਂਦੇ ਹਾਂ, ਗੁਰੂ ਅੰਗਦ ਪਾਤਸ਼ਾਹ, ਗੁਰੂ ਅਮਰਦਾਸ, ਗੁਰੂ ਰਾਮਦਾਸ ਮਹਾਰਾਜ, ਜਦੋਂ ਇੱਕ ਲੜੀਵਾਰ ਅਸੀਂ ਨਾਮ ਲੈ ਰਹੇ ਹਾਂ ਤਾਂ ਉਹਦੇ ਵਿੱਚ ਇੱਕ ਮਕਸਦ ਹੈ। ਜਿਨ੍ਹਾਂ ਸਿਧਾਂਤਾਂ ਦੇ ਉੱਪਰ ਸਿੱਖ ਜਿਹੜਾ ਇਤਿਹਾਸ ਤੇ ਸਿੱਖ ਫਿਲਾਸਫੀ ਫਲਸਫਾ ਖੜਾ ਹੈ, ਉਹਨਾਂ ਸਿਧਾਂਤਾਂ ਨੂੰ ਬਾਰ-ਬਾਰ ਸਾਨੂੰ ਚੇਤਾ ਦੁਹਰਾਉਂਦੇ ਰਹਿਣ ਵਾਸਤੇ, ਚੇਤੇ ਕਰਾਉਂਦੇ ਰੱਖਣ ਵਾਸਤੇ ਹੀ ਉਹ ਇਸ ਤਰੀਕੇ ਨਾਲ ਬਣਾਇਆ ਗਿਆ ਸੀਗਾ। ਪਰ ਅਸੀਂ ਕਰ ਕੀ ਲਿਆ ਕਿ ਅਸੀਂ ਅਰਦਾਸ ਨੂੰ ਇੱਕ ਪਰੰਪਰਾਗਤ ਤਰੀਕੇ ਦੇ ਨਾਲ ਹੀ ਸਮਝ ਲੈਂਦੇ ਹਾਂ ਕਿ ਜਿੰਨੀ ਵਾਰੀ ਅਸੀਂ ਪਾਠ ਕੀਤਾ ਜੀ ਉਸ ਤੋਂ ਬਾਅਦ ਅਰਦਾਸ ਹੋਣੀ ਆ ਤੇ ਅਰਦਾਸ ਤੋਂ ਬਾਅਦ ਫਿਰ ਬਸ ਭੋਗ ਪੈ ਜਾਣਾ, ਗੱਲ ਖਤਮ ਹੋ ਜਾਣੀ ਹੈ। ਇੰਨੀ ਕੁ ਗੱਲ ਨਹੀਂ ਸੀਗੀ। ਮੇਰੀ ਜਾਤ ਵੱਡੀ ਹੈ ਤੇ ਉਹਦੀ ਛੋਟੀ ਹੈ, ਜਾਤਾਂ ਦਾ ਅਭਿਮਾਨ ਆਉਂਦਾ, ਜਾਂ ਸਾਡੇ ਮਨ 'ਚ ਕਿਤੇ ਇਹ ਆਉਂਦਾ ਕਿ ਮੇਰੀ ਤਾਂ ਉਮਰ ਵੱਡੀ ਹੈ, ਉਹ ਹਜੇ ਕੱਲ੍ਹ ਦੇ ਜੰਮੇ ਨਿਆਣੇ ਆ, ਮੈਨੂੰ ਕਿੱਥੋਂ ਸਿਖਾ ਦੇਣਗੇ। ਜਾਂ ਸਾਨੂੰ ਇਹ ਲੱਗਦਾ ਕਿ ਮੈਂ ਤਾਂ ਕੀਤੀ ਹੈ ਜੀ PhD ਤੇ ਦੂਜਾ ਹਜੇ 5 ਪਾਸ ਵੀ ਨਹੀਂ ਹੈਗਾ, ਤਾਂ ਉਹ ਮੈਨੂੰ ਕਿੱਥੋਂ ਸਿਖਾ ਦੂਗਾ। ਇਹਨਾਂ ਸਾਰੀਆਂ ਹੀ ਜਿਹੜੀਆਂ ਗੱਲਾਂ ਨੇ ਜਿਹੜੇ ਇੱਕ ਤਰ੍ਹਾਂ ਦੇ ਨਾਲ ਗਿਆਨ ਦੇ ਔਰ ਸਾਡੇ ਵਿਚਕਾਰ ਇੱਕ ਕੰਧ ਖੜੀ ਕਰਨ ਦਾ ਕੰਮ ਕਰਦੀਆਂ ਨੇ। ਜਾਂ ਮੁੱਕਦੀ ਗੱਲ ਇਹ ਹੈ ਕਿ ਜਦੋਂ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਦਾ ਨਾਮ ਅਰਦਾਸ ਦੇ ਵਿੱਚ ਲੈਂਦੇ ਹਾਂ ਤਾਂ ਪਹਿਲੀ ਗੱਲ ਜਿਹੜੀ ਸਾਡੇ ਦਿਲ 'ਚ ਆਉਣੀ ਚਾਹੀਦੀ ਹੈ ਉਹ ਇਹ ਆਉਣੀ ਚਾਹੀਦੀ ਹੈ ਕਿ ਕੋਈ ਵੀ ਇਨਸਾਨ ਸਿਰਫ ਕਰਮ ਕਰਕੇ ਵੱਡਾ ਹੁੰਦਾ ਆ, ਕਿਸੇ ਵੀ ਹੋਰ ਤਰੀਕੇ ਨਾਲ ਉਹਨੂੰ ਵੱਡਾ ਨਹੀਂ ਮੰਨਿਆ ਜਾ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ। ਜਿੰਨੇ ਵੀ ਆਪਾਂ ਪਿੱਛੇ ਐਪੀਸੋਡ ਕਰ ਰਹੇ ਹਾਂ ਉਹਨਾਂ ਵਿੱਚ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਉਹ ਕਰ ਰਹੇ ਹਾਂ ਕਿ ਜਦੋਂ ਅਸੀਂ ਅਰਦਾਸ ਸ਼ੁਰੂ ਕਰਦੇ ਹਾਂ ਜਾਂ ਅਰਦਾਸ ਜਦੋਂ ਅਸੀਂ ਕਰ ਰਹੇ ਹੁੰਦੇ ਹਾਂ ਤਾਂ ਅਰਦਾਸ ਦਾ ਕੱਲਾ ਅੱਖਰ ਜੋ ਸਾਨੂੰ ਇੱਕ ਸੁਨੇਹਾ ਦਿੰਦਾ ਹੈ, ਇੱਕ ਮੈਸੇਜ ਦਿੰਦਾ ਹੈ, ਇੱਕ ਕੋਡਡ ਫਾਰਮ ਦੇ ਵਿੱਚ ਮੈਸੇਜ ਦਿੰਦਾ, ਸਾਨੂੰ ਉਹਨੂੰ ਕਿੱਦਾਂ ਸਮਝਣਾ ਹੈ ਤੇ ਉਹਦੇ ਵਿੱਚੋਂ ਸਾਨੂੰ ਕੀ ਲੈ ਕੇ ਅੱਗੇ ਚੱਲਣਾ, ਇਸ ਬਾਰੇ ਗੱਲ ਕਰਦੇ ਹੋਏ ਅਸੀਂ ਗੁਰੂ ਸਾਹਿਬਾਨਾਂ ਦੇ ਜੀਵਨ ਤੱਕ ਪਹੁੰਚੇ ਹਾਂ। ਪਿਛਲੇ ਕੁਝ ਐਪੀਸੋਡਸ ਜਿਹੜੇ ਹੁਣੇ ਰੀਸੈਂਟ ਹੋ ਕੇ ਗਏ ਉਹਦੇ ਵਿੱਚ ਆਪਾਂ ਗੁਰੂ ਅਮਰਦਾਸ ਮਹਾਰਾਜ ਦੇ ਜਿਹੜਾ ਜੀਵਨ ਹੈ ਉਸ ਵਿੱਚ ਉਹਨਾਂ ਨੇ ਜੋ ਸਾਡੇ ਲਈ ਜੋ ਸਿਧਾਂਤ ਸਾਨੂੰ ਦ੍ਰਿੜ ਕਰਵਾਏ ਨੇ, ਅਸੀਂ ਉਹਦੇ ਬਾਰੇ ਗੱਲ ਕਰ ਰਹੇ ਸੀਗੇ ਕਿ ਕਿਹੜੇ ਸਿਧਾਂਤ ਨੇ ਜਿਹੜੇ ਗੁਰੂ ਮਹਾਰਾਜ ਸਾਨੂੰ ਬਕਾਇਦਾ ਜੀ ਕੇ ਸਾਡਾ ਇੱਕ ਪ੍ਰੈਕਟੀਕਲ ਐਕਸਪੀਰੀਅੰਸ ਕਰਵਾ ਕੇ ਅਤੇ ਸਾਨੂੰ ਦ੍ਰਿੜ ਕਰਵਾਉਂਦੇ ਨੇ, ਜੋ ਸਾਨੂੰ ਸਾਡੇ ਨਾਲ ਚੱਲਣੇ ਚਾਹੀਦੇ ਆ। ਜਦੋਂ ਵੀ ਅਸੀਂ ਅਰਦਾਸ ਦੇ ਵਿੱਚ ਗੁਰੂ ਪਾਤਸ਼ਾਹ ਦਾ ਨਾਮ ਲਈਏ, ਗੁਰੂ ਅਮਰਦਾਸ ਮਹਾਰਾਜ ਦਾ ਨਾਮ ਲਈਏ, ਤਾਂ ਸਾਡੇ ਜ਼ਿਹਨ ਦੇ ਵਿੱਚ, ਸਾਡੇ ਮਨ ਦੇ ਵਿੱਚ ਇਹ ਗੱਲ ਜ਼ਿਕਰ ਆਉਣਾ ਚਾਹੀਦਾ ਹੈ ਕਿ ਜਦੋਂ ਅਸੀਂ ਮਹਾਰਾਜ ਦਾ ਨਾਮ ਲੈ ਰਹੇ ਹਾਂ ਤਾਂ ਸਿਰਫ ਇੱਕ ਨਾਮ ਮਾਤਰ ਨਾਮ ਨਹੀਂ ਲੈ ਰਹੇ ਜਾਂ ਸਿਰਫ ਅਰਦਾਸ ਕਰਨ ਦੇ ਲਈ ਅਸੀਂ ਨਾਮ ਨਹੀਂ ਲੈ ਰਹੇ। ਉਸ ਨਾਮ ਦੇ ਵਿੱਚ ਜੋ ਮੈਸੇਜ ਹੈ, ਜੋ ਨਿਯਮ, ਜੋ ਸਾਡੇ ਸਿਧਾਂਤ ਉਹਨਾਂ ਨੇ ਸਾਨੂੰ ਦ੍ਰਿੜ ਕਰਵਾਏ ਨੇ, ਸਾਨੂੰ ਜਿੰਨੀ ਵਾਰੀ ਅਰਦਾਸ ਦੇ ਵਿੱਚ ਗੁਰੂ ਪਾਤਸ਼ਾਹ ਦਾ ਨਾਮ ਲੈਣਾ ਉਨੀ ਵਾਰੀ ਉਹ ਸਿਧਾਂਤ ਸਾਡੇ ਮਨ ਦੇ ਵਿੱਚ ਦ੍ਰਿੜ ਹੋਣੇ ਚਾਹੀਦੇ ਆ ਕਿ ਅਸੀਂ ਇਹ ਸਿਧਾਂਤ ਸਾਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ ਦਿੱਤੇ ਨੇ ਜਾਂ ਸਾਨੂੰ ਦ੍ਰਿੜ ਕਰਵਾਏ ਨੇ, ਸਾਡਾ ਐਕਸਪੈਰੀਮੈਂਟ ਔਰ ਬਕਾਇਦਾ ਪ੍ਰੈਕਟੀਕਲ ਕਰਕੇ ਉਹਨਾਂ ਨੇ ਸਾਨੂੰ ਸਮਝਾਏ ਨੇ ਅਤੇ ਇਹ ਸਾਡੇ ਨਾਲ ਚੱਲਣੇ ਚਾਹੀਦੇ ਆ। ਜੇਕਰ ਅਸੀਂ ਇਸ ਤਰ੍ਹਾਂ ਨਹੀਂ ਕਰਦੇ ਤਾਂ ਯਕੀਨ ਮੰਨਿਆ ਜੇ ਕਿ ਸਾਡੀ ਜਿਹੜੀ ਅਰਦਾਸ ਹੈ ਉਹ ਅਸੀਂ ਸਿਰਫ ਇੱਕ ਤੋਤਾ ਰਟਨ ਕਰ ਰਹੇ ਹਾਂ। ਫਿਰ ਅਸੀਂ ਸਿਰਫ ਬੋਲਣ ਦੇ ਵਾਸਤੇ ਬੋਲ ਰਹੇ ਹਾਂ, ਅਸੀਂ ਉਹ ਨਾਮ ਧਿਆ ਨਹੀਂ ਰਹੇ। ਜਦੋਂ ਅਸੀਂ ਗੁਰੂ ਨਾਨਕ ਦਾ ਨਾਮ ਧਿਆਉਂਦੇ ਹਾਂ, ਗੁਰੂ ਅੰਗਦ ਪਾਤਸ਼ਾਹ, ਗੁਰੂ ਅਮਰਦਾਸ, ਗੁਰੂ ਰਾਮਦਾਸ ਮਹਾਰਾਜ, ਜਦੋਂ ਇੱਕ ਲੜੀਵਾਰ ਅਸੀਂ ਨਾਮ ਲੈ ਰਹੇ ਹਾਂ ਤਾਂ ਉਹਦੇ ਵਿੱਚ ਇੱਕ ਮਕਸਦ ਹੈ। ਉਹ ਅਰਦਾਸ ਦੇ ਵਿੱਚ ਹਰ ਸਮੇਂ ਗੁਰੂ ਪਾਤਸ਼ਾਹਾਂ ਦਾ ਨਾਮ ਬੋਲਣਾ, ਸਿੰਘਾਂ ਸ਼ਹੀਦਾਂ ਦਾ ਨਾਮ ਬੋਲਣਾ, ਉਹ ਇੱਕ ਇਸ ਤਰ੍ਹਾਂ ਹੀ ਇੱਕ ਪਰੰਪਰਾ ਨਹੀਂ ਹੈ, ਉਹ ਬਕਾਇਦਾ ਸਾਡੇ ਲਈ ਇੱਕ ਸਾਡੇ ਜ਼ਿਹਨ ਦੇ ਵਿੱਚ ਹਮੇਸ਼ਾ ਇੱਕ ਜਿਹੜੀ ਹਿਸਟਰੀ ਆ ਉਹ ਤਾਜ਼ਾ ਰੱਖਣ ਵਾਸਤੇ ਔਰ ਉਸ ਹਿਸਟਰੀ ਦੇ ਵਿੱਚੋਂ ਜੋ ਸਿਧਾਂਤ, ਜਿਨ੍ਹਾਂ ਸਿਧਾਂਤਾਂ ਦੇ ਉੱਪਰ ਸਿੱਖ ਜਿਹੜਾ ਇਤਿਹਾਸ
ਤੇ ਸਿੱਖ ਫਿਲਾਸਫੀ ਫਲਸਫਾ ਖੜਾ ਹੈ, ਉਹਨਾਂ ਸਿਧਾਂਤਾਂ ਨੂੰ ਬਾਰ-ਬਾਰ ਸਾਨੂੰ ਚੇਤਾ ਦੁਹਰਾਉਂਦੇ ਰਹਿਣ ਵਾਸਤੇ, ਚੇਤੇ ਕਰਾਉਂਦੇ ਰੱਖਣ ਵਾਸਤੇ ਹੀ ਉਹ ਇਸ ਤਰੀਕੇ ਨਾਲ ਬਣਾਇਆ ਗਿਆ ਸੀਗਾ। ਪਰ ਅਸੀਂ ਕਰ ਕੀ ਲਿਆ ਕਿ ਅਸੀਂ ਅਰਦਾਸ ਨੂੰ ਇੱਕ ਪਰੰਪਰਾਗਤ ਤਰੀਕੇ ਦੇ ਨਾਲ ਹੀ ਸਮਝ ਲੈਂਦੇ ਹਾਂ ਕਿ ਜਿੰਨੀ ਵਾਰੀ ਅਸੀਂ ਪਾਠ ਕੀਤਾ ਜੀ ਉਸ ਤੋਂ ਬਾਅਦ ਅਰਦਾਸ ਹੋਣੀ ਆ ਅਤੇ ਅਰਦਾਸ ਤੋਂ ਬਾਅਦ ਫਿਰ ਬਸ ਭੋਗ ਪੈ ਜਾਣਾ, ਗੱਲ ਖਤਮ ਹੋ ਜਾਣੀ ਹੈ। ਇੰਨੀ ਕੁ ਗੱਲ ਨਹੀਂ ਸੀਗੀ। ਸੋ ਇਸੇ ਲੜੀ ਦੇ ਵਿੱਚ ਆਪਾਂ ਚੱਲ ਰਹੇ ਸੀਗੇ। ਜਿਹੜੇ ਅਸੀਂ ਗੁਰੂ ਅਮਰਦਾਸ ਪਾਤਸ਼ਾਹ ਦੇ ਜੀਵਨ ਦੇ ਉੱਤੇ ਗੱਲ ਕਰਦਿਆਂ ਹੋਇਆਂ ਜੋ ਅਸੀਂ ਸਿਧਾਂਤ ਸਮਝਣ ਦੀ ਕੋਸ਼ਿਸ਼ ਕੀਤੀ, ਹਜੇ ਤੱਕ ਦੋ ਮੁੱਖ ਗੱਲਾਂ ਜਿਹੜੀਆਂ ਸਾਡੇ ਸਾਹਮਣੇ ਆਈਆਂ ਜੋ ਅਸੀਂ ਇਹਦੇ ਬਾਰੇ ਡਿਸਕਸ਼ਨ ਕਰ ਚੁੱਕੇ ਹਾਂ। ਪਹਿਲੀ ਤਾਂ ਇਹ ਸੀਗੀ ਕਿ ਗਿਆਨ ਜਿੱਥੋਂ ਵੀ ਮਿਲਦਾ ਹੈ ਉੱਥੋਂ ਲੈ ਲੈਣਾ ਚਾਹੀਦਾ। ਜੋ ਅਗਰ ਆਪਾਂ ਇਹਨੂੰ ਨੋ ਕੈਟਾਗਰੀ ਐਟ ਆਲ ਤੋਂ ਥੋੜ੍ਹਾ ਜਿਹਾ ਪਾਸੇ ਕਰਕੇ ਦੇਖੀਏ, ਹੈ ਤਾਂ ਉਹਦੇ ਵਿੱਚ ਹੀ ਫਿੱਟ ਬੈਠਦਾ। ਬਟ ਅਗਰ ਫਿਰ ਵੀ ਸਰਲ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਗੁਰੂ ਮਹਾਰਾਜ ਜਦੋਂ ਆਪਾਂ ਉਹਨਾਂ ਦੀ ਲਾਈਫ ਨੂੰ ਦੇਖਦੇ ਹਾਂ ਤਾਂ ਜਿਹੜੀ ਪਹਿਲੀ ਘਟਨਾ ਹੈ ਉਹਦੇ ਨਾਲ ਉਹ ਸਾਨੂੰ ਸਮਝਾ ਦਿੰਦੇ ਆ ਕਿ ਗਿਆਨ ਤੁਹਾਨੂੰ ਜਿੱਥੋਂ ਵੀ ਮਿਲੇ ਉੱਥੋਂ ਲੈ ਲੈਣਾ ਚਾਹੀਦਾ ਹੈ। ਅਗਰ ਅਸੀਂ ਆਪਣੇ ਔਰ ਗਿਆਨ ਦੇ ਵਿਚਕਾਰ ਕਿਸੇ ਤਰ੍ਹਾਂ ਦੀ ਵੀ ਕੰਧ ਖੜੀ ਕਰਦੇ ਹਾਂ, ਚਾਹੇ ਉਹ ਹੰਕਾਰ ਦੀ ਕੰਧ ਹੋਵੇ, ਚਾਹੇ ਉਹ ਉਮਰ ਦੀ ਕੰਧ ਹੋਵੇ, ਚਾਹੇ ਉਹ ਗਿਆਨ ਦਾ ਹੰਕਾਰ ਹੋ ਜਾਏ ਸਾਨੂੰ, ਚਾਹੇ ਸਾਨੂੰ ਇਹ ਹੋ ਜਾਏ ਕਿ ਮੈਂ ਜ਼ਿਆਦਾ ਪੜ੍ਹਿਆ ਉਹ ਘੱਟ ਪੜ੍ਹਿਆ, ਜਾਂ ਉਹ ਘੱਟ ਪੜ੍ਹਿਆ ਮੈਂ ਜ਼ਿਆਦਾ ਪੜ੍ਹਿਆ, ਇਸ ਤਰੀਕੇ ਦਾ ਕੋਈ ਵੀ ਅਗਰ ਹੰਕਾਰ ਸਾਡੇ ਵਿੱਚ ਆ ਜਾਂਦਾ ਹੈ ਔਰ ਉਸ ਹੰਕਾਰ ਦੀ ਅਸੀਂ ਕੰਧ ਖੜੀ ਕਰ ਲੈਂਦੇ ਹਾਂ ਆਪਣੇ ਅਤੇ ਗਿਆਨ ਦੇ ਵਿਚਕਾਰ, ਤਾਂ ਉੱਥੇ ਹੀ ਅਸੀਂ ਗੁਰੂ ਅਮਰਦਾਸ ਪਾਤਸ਼ਾਹ ਨੂੰ ਪਿੱਠ ਦੇ ਦਿੰਦੇ ਹਾਂ। ਆਪਾਂ ਆਪਣੇ ਆਪ ਦੇ ਵਿੱਚ ਸਾਰੇ ਜਾਣੇ ਆਪਣਾ ਇੱਕ ਜਿਹੜਾ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਜੇਕਰ ਸਾਡੇ ਮਨ 'ਚ ਕਿਤੇ ਇਹ ਆਉਂਦਾ ਕਿ ਮੇਰੀ ਜਾਤ ਵੱਡੀ ਹੈ ਅਤੇ ਉਹਦੀ ਛੋਟੀ ਹੈ, ਜਾਤਾਂ ਦਾ ਅਭਿਮਾਨ ਆਉਂਦਾ, ਜਾਂ ਸਾਡੇ ਮਨ 'ਚ ਕਿਤੇ ਇਹ ਆਉਂਦਾ ਕਿ ਮੇਰੀ ਤਾਂ ਉਮਰ ਵੱਡੀ ਹੈ, ਉਹ ਹਜੇ ਕੱਲ੍ਹ ਦੇ ਜੰਮੇ ਨਿਆਣੇ ਆ, ਮੈਨੂੰ ਕਿੱਥੋਂ ਸਿਖਾ ਦੇਣਗੇ, ਜਾਂ ਸਾਨੂੰ ਇਹ ਲੱਗਦਾ ਕਿ ਮੈਂ ਤਾਂ ਕੀਤੀ ਹੈ ਜੀ PhD ਅਤੇ ਦੂਜਾ ਹਜੇ 5 ਪਾਸ ਵੀ ਨਹੀਂ ਹੈਗਾ, ਤਾਂ ਉਹ ਮੈਨੂੰ ਕਿੱਥੋਂ ਸਿਖਾ ਦੂਗਾ। ਇਹਨਾਂ ਸਾਰੀਆਂ ਹੀ ਜਿਹੜੀਆਂ ਗੱਲਾਂ ਨੇ ਜਿਹੜੀ ਇੱਕ ਤਰ੍ਹਾਂ ਦੇ ਨਾਲ ਗਿਆਨ ਦੇ ਔਰ ਸਾਡੇ ਵਿਚਕਾਰ ਇੱਕ ਕੰਧ ਖੜੀ ਕਰਨ ਦਾ ਕੰਮ ਕਰਦੀਆਂ ਨੇ। ਜਾਂ ਕਿਸੇ ਨੂੰ ਇਹ ਲੱਗਦਾ ਕਿ ਮੈਂ ਤਾਂ ਬੜਾ ਆਧੁਨਿਕ ਹਾਂ, ਮੈਂ ਤਾਂ ਬੜਾ ਮਾਡਰਨ ਹਾਂ, ਉਹ ਤਾਂ ਔਰਥੋਡੋਕਸ ਜਿਹੇ ਲੋਕ ਨੇ, ਉਹ ਤਾਂ ਪੁਰਾਣੇ ਖਿਆਲਾਂ 'ਚ ਚੱਲਦੇ ਨੇ, ਜੋ ਕਿ ਆਮ ਗੱਲਾਂ। ਇਹ ਗੱਲਾਂ ਮੈਂ ਕਿਤੇ ਬਾਹਰੋਂ ਨਹੀਂ ਲੈ ਕੇ ਆ ਰਹੀ, ਇਹ ਗੱਲਾਂ ਆਪਾਂ ਆਪਣੇ ਘਰਾਂ 'ਚ ਆਮ ਕਰਦੇ ਹਾਂ। ਜਿਸ ਘਰਾਂ ਦੇ ਵਿੱਚ ਮਾੜੀ ਜਿਹੀ ਥੋੜ੍ਹੀ ਬਹੁਤ ਪੜ੍ਹਾਈ ਜ਼ਿਆਦਾ ਹੁੰਦੀ ਹੈ, ਅਸੀਂ ਉਹਨਾਂ ਨੂੰ ਅਕਸਰ ਹੀ ਇਹ ਗੱਲ ਕਰਦਿਆਂ ਸੁਣਦੇ ਹਾਂ ਕਿ ਉਹ ਤਾਂ ਛੱਡੋ, ਉਹ ਤਾਂ ਅਨਪੜ੍ਹ ਲੋਕ ਨੇ, ਇਹ ਤਾਂ ਅਨਪੜ੍ਹਾਂ ਦਾ ਕੰਮ ਹੈ। ਔਰ ਉਸ ਤੋਂ ਬਾਅਦ ਜਦੋਂ ਫਿਰ ਇੱਕ ਲੈਵਲ 'ਤੇ ਜਾ ਕੇ ਜਦੋਂ ਉਹਨਾਂ ਦੇ ਬੱਚੇ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਛੱਡ ਕੇ ਅਤੇ ਆਪ ਚੱਲ ਜਾਂਦੇ ਆ, ਤਾਂ ਉਹ ਕਹਿੰਦੇ ਆ ਕਿ ਡੈਡ ਮੋਮ ਸਾਡੇ ਕੋਲ ਟਾਈਮ ਨਹੀਂ। ਤਾਂ ਫਿਰ ਉਹ ਕਹਿੰਦੇ ਕਿ ਤੁਹਾਡਾ ਆਪਣੇ ਮਾਂ ਪਿਓ ਵਾਸਤੇ ਸਮਾਂ ਨਹੀਂ ਹੈਗਾ। ਤਾਂ ਉਹ ਕਹਿੰਦੇ ਹੁਣ ਅਸੀਂ ਕੀ ਕਰੀਏ, ਦਿਸ ਇਜ਼ ਮਾਡਰਨ ਲਾਈਫ। ਫਿਰ ਅਸੀਂ ਉਹਨਾਂ ਨੂੰ ਸਮਝਾਉਣਾ ਸ਼ੁਰੂ ਕਰਦੇ ਹਾਂ ਕਿ ਨਹੀਂ, ਤੁਹਾਡਾ ਇਤਿਹਾਸ ਇਹ ਨਹੀਂ ਕਹਿੰਦਾ, ਤੁਹਾਡੀਆਂ ਜੜ੍ਹਾਂ ਇਹ ਨਹੀਂ ਕਹਿੰਦੀਆਂ। ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਆਪਣੇ ਬੱਚਿਆਂ ਨੂੰ ਜੜ੍ਹਾਂ ਤੋਂ ਟੁੱਟਣ ਦਾ ਜਿਹੜਾ ਗਿਆਨ ਹੈ ਨਾ, ਉਹ ਅਸੀਂ ਹੀ ਦਿੱਤਾ। ਆਪਣੇ ਬੱਚਿਆਂ ਨੂੰ ਇਹ ਅਸੀਂ ਹੀ ਸਮਝਾਇਆ ਕਿ ਬਜ਼ੁਰਗ ਕੋਈ ਜ਼ਰੂਰਤ ਨਹੀਂ ਹੈਗੀ, ਇਹ ਅਸੀਂ ਹੀ ਸਮਝਾਇਆ ਕਿ ਪੁਰਾਣੇ ਬੁੱਢੇ ਤਾਂ ਪਾਗਲ ਸੀ, ਇਹ ਅਸੀਂ ਹੀ ਉਹਨਾਂ ਨੂੰ ਸਮਝਾਇਆ ਕਿ ਅਗਲੀ ਪੀੜ੍ਹੀ ਬਹੁਤ ਸਿਆਣੀ ਆ ਅਤੇ ਇਸ ਕਰਕੇ ਜੋ ਮਰਜ਼ੀ ਕਰੇ। ਸੋ ਆਪਣੀਆਂ ਗਲਤੀਆਂ ਨੂੰ ਦੇਖਣਾ ਸ਼ੁਰੂ ਕਰਾਂਗੇ ਨਾ ਜਿਸ ਦਿਨ, ਉਸ ਦਿਨ ਸਾਨੂੰ ਉਹਨਾਂ ਨੂੰ ਠੀਕ ਕਰਨ ਦਾ ਰਸਤਾ ਮਿਲਦਾ ਜਾਊਗਾ। ਸੋ ਮੁੱਕਦੀ ਗੱਲ ਇਹ ਹੈ ਕਿ ਜਦੋਂ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਦਾ ਨਾਮ ਅਰਦਾਸ ਦੇ ਵਿੱਚ ਲੈਂਦੇ ਹਾਂ ਤਾਂ ਪਹਿਲੀ ਗੱਲ ਜਿਹੜੀ ਸਾਡੇ ਦਿਲ 'ਚ ਆਉਣੀ ਚਾਹੀਦੀ ਹੈ ਉਹ ਇਹ ਆਉਣੀ ਚਾਹੀਦੀ ਹੈ ਕਿ ਕੋਈ ਵੀ ਇਨਸਾਨ ਸਿਰਫ ਕਰਮ ਕਰਕੇ ਵੱਡਾ ਹੁੰਦਾ ਆ, ਕਿਸੇ ਵੀ ਹੋਰ ਤਰੀਕੇ ਨਾਲ ਉਹਨੂੰ ਵੱਡਾ ਨਹੀਂ ਮੰਨਿਆ ਜਾ ਸਕਦਾ। ਸਿਰਫ ਉਮਰ ਕਰਕੇ ਉਹ ਵੱਡਾ ਨਹੀਂ ਹੋ ਸਕਦਾ। ਸਿਰਫ ਉਮਰ ਕਿਸੇ ਦੀ ਬਹੁਤ ਵੱਡੀ ਹੋਵੇ ਔਰ ਉਹਦਾ ਜਿਹੜਾ ਕਿਰਦਾਰ ਹੈ ਉਹ ਬਿਲਕੁਲ ਥੱਲੇ ਦਾ ਹੋਵੇ, ਬਹੁਤ ਨੀਚ ਕਿਰਦਾਰ ਦਾ ਮਾਲਕ ਹੋਵੇ। ਸਾਡੇ ਪੋਲੀਟਿਕਸ ਦੇ ਵਿੱਚ ਬੜੀਆਂ ਐਸੀਆਂ ਉਦਾਹਰਨਾਂ ਨੇ, ਬੜੇ ਵੱਡੀ ਉਮਰ ਦੇ ਲੋਕ ਜਿਹੜੇ ਨੇ ਔਰ ਉਹ ਕੈਸੇ ਕਾਰਿਆਂ ਦੇ ਵਿੱਚ ਗ੍ਰਸਤ ਹੁੰਦੇ ਨੇ, ਔਰ ਉਹਨਾਂ ਦੀਆਂ ਫਿਲਮਾਂ ਜਦੋਂ ਬਾਹਰ ਆਉਂਦੀਆਂ ਤਾਂ ਉਹ ਸਿਰਫ ਉਮਰ ਦੇ ਕਰਕੇ ਫਿਰ ਉਹ ਕਿਸੇ ਵੀ ਇੱਜ਼ਤ ਦੇ ਹੱਕਦਾਰ ਨਹੀਂ ਹੁੰਦੇ। ਸਿਰਫ ਇਸ ਕਰਕੇ ਕਿ ਤੁਸੀਂ ਔਰਤ ਹੋ ਜਾਂ ਤੁਸੀਂ ਮਰਦ ਹੋ, ਤੁਸੀਂ ਇੱਜ਼ਤ ਦੇ ਹੱਕਦਾਰ ਨਹੀਂ ਹੁੰਦੇ। ਸਿਰਫ ਇਸ ਕਰਕੇ ਕਿ ਤੁਸੀਂ 4 ਜਮਾਤਾਂ ਜ਼ਿਆਦਾ ਪੜ੍ਹੀਆਂ ਨੇ ਕਿਸੇ ਤੋਂ, ਕਿਉਂਕਿ ਤੁਹਾਡੇ ਕੋਲ ਇੱਕ ਉਹ ਸਾਧਨ ਹੋਊਗਾ ਪੜ੍ਹਨ ਵਾਸਤੇ, ਤੁਸੀਂ ਇੱਜ਼ਤ ਦੇ ਹੱਕਦਾਰ ਨਹੀਂ ਹੁੰਦੇ ਜਾਂ ਤੁਸੀਂ ਗਿਆਨ ਦੇ ਹੱਕਦਾਰ ਨਹੀਂ ਹੋ ਜਾਂਦੇ। ਗਿਆਨ ਕਿਸੇ ਚੀਜ਼ ਦਾ ਵੀ ਮੁਹਤਾਜ ਨਹੀਂ। ਔਰ ਇਹ ਸਾਨੂੰ ਗੁਰੂ ਅਮਰਦਾਸ ਪਾਤਸ਼ਾਹ
ਜਦੋਂ ਗੁਰਸਿੱਖੀ ਦੇ ਰਸਤੇ ਦੇ ਉੱਤੇ ਆਉਂਦੇ ਨੇ, ਜਾਂ ਇਹ ਕਹਿ ਲਓ ਕਿਉਂਕਿ ਗੁਰਸਿੱਖ ਤਾਂ ਉਹ ਸ਼ੁਰੂ ਤੋਂ ਹੀ ਉਸ ਆਤਮਾ ਦੇ ਵਿੱਚ ਉਹ ਕਪੈਸਿਟੀ ਹੋਊਗੀ ਕਿ ਜੋਤ ਉੱਥੇ ਟਰਾਂਸਫਰ ਹੋ ਸਕਦੀ ਸੀ। ਨਹੀਂ ਤੇ ਗੁਰੂ ਨਾਨਕ ਮਹਾਰਾਜ ਦੀ ਜੋਤ ਹੋਵੇ ਤਾਂ ਉਹ ਮਾਮੂਲੀ ਕਿਸੇ ਦੇ ਕੋਲ ਨਹੀਂ ਜਾ ਸਕਦੀ, ਉਹ ਪਹਿਲਾਂ ਤੋਂ ਹੀ ਕਪੈਸਿਟੀ ਹੋਊਗੀ। ਪਰ ਸਿਰਫ ਸਾਨੂੰ ਤੁਹਾਨੂੰ ਸਿਖਾਉਣ ਦੇ ਲਈ ਗੁਰੂ ਪਾਤਸ਼ਾਹ ਇਸ ਰਾਸਤੇ 'ਤੇ ਆਉਂਦੇ ਨੇ। ਔਰ ਜਦੋਂ ਆਉਂਦੇ ਨੇ ਤਾਂ ਪਹਿਲੀ ਜਿਹੜੀ ਉਦਾਹਰਨ ਉਹ ਸਾਨੂੰ ਇਹੀ ਦਿੰਦੇ ਨੇ ਕਿ ਗਿਆਨ ਨੂੰ ਕਿਸੇ ਵੀ ਤਰੀਕੇ ਦੇ ਪੈਰਾਮੀਟਰਸ ਵਿੱਚ ਤੁਸੀਂ ਬੰਨ੍ਹ ਨਹੀਂ ਸਕਦੇ। ਔਰ ਦੂਜੀ ਗੱਲ, ਉਹ ਆਪਣੇ ਸਿੱਖਾਂ ਨੂੰ ਸਮਝਾ ਦਿੰਦੇ ਨੇ ਕਿ ਜਿੱਥੋਂ ਵੀ ਤੁਹਾਨੂੰ ਗਿਆਨ ਮਿਲਦਾ ਅਰਜਿਤ ਕਰ ਲਓ, ਲੈ ਲਓ। ਅਗਲਾ ਜਿਹੜਾ ਉਹ ਸਿਧਾਂਤ ਸਾਨੂੰ ਦੱਸਦੇ ਨੇ ਉਹ ਹੈ ਨਿਸ਼ਕਾਮ ਸੇਵਾ ਦਾ। ਇਹਦੇ ਉੱਤੇ ਆਪਾਂ 2 ਐਪੀਸੋਡ ਲਾਏ ਨੇ ਔਰ ਬੜੇ ਡੀਟੇਲ ਦੇ ਵਿੱਚ ਮੈਂ ਗੱਲ ਕੀਤੀ ਹੈ, ਸੋ ਅੱਜ ਮੈਂ ਬਹੁਤੇ ਡੀਟੇਲ 'ਚ ਨਹੀਂ ਜਾਣਾ। ਪਰ ਨਿਸ਼ਕਾਮ ਸੇਵਾ ਦੀ ਜਦੋਂ ਗੱਲ ਆਊਗੀ, ਹੁਣ ਇਹ ਗੱਲ ਅਸੀਂ ਕਰ ਚੁੱਕੇ, ਇੱਕ ਬਰੀਫ ਆਊਟਲਾਈਨ ਦੇ ਰਹੀ ਹਾਂ ਕਿ ਜਦੋਂ ਆਪਾਂ ਸੇਵਾ ਦੀ ਗੱਲ ਕਰਦੇ ਹਾਂ ਤਾਂ ਸਿੱਖਾਂ ਨੂੰ ਸਿਰਫ ਸੇਵਾ ਦੀ ਗੱਲ ਨਹੀਂ ਹੈ, ਸਿਰਫ ਸਿੱਖਾਂ ਨੂੰ ਸੇਵਾ ਕਰਨ ਨੂੰ ਨਹੀਂ ਕਿਹਾ ਗਿਆ, ਸਿੱਖਾਂ ਦੀ ਅਵਸਥਾ ਵੀ ਨਿਸ਼ਕਾਮ ਹੋਣੀ ਚਾਹੀਦੀ ਹੈ ਨਿਸ਼ਕਾਮ ਸੇਵਾ ਕਰਨ ਦੇ ਲਈ, ਕਿਉਂਕਿ ਉਹੀ ਸੇਵਾ ਪ੍ਰਵਾਨ ਹੈ। ਹੁਣ ਨਿਸ਼ਕਾਮ ਸੇਵਾ ਜਿਸ ਦੇ ਅਗੇਂਸਟ ਅਸੀਂ ਕੁਝ ਹੋਰ ਮੰਗੀਏ ਨਾ, ਐਸੀ ਸੇਵਾ ਜਿਹਦੇ ਵਾਸਤੇ ਬਾਅਦ ਵਿੱਚ ਮੈਨੂੰ ਇਹ ਨਾ ਹੋਵੇ ਕਿ ਮੈਂ ਹੁਣ ਆਹ ਸੇਵਾ ਕੀਤੀ, ਇਹਦੇ ਇਵਜ਼ ਦੇ ਵਿੱਚ ਮੈਨੂੰ ਆਹ ਮਿਲ ਜਾਣਾ ਚਾਹੀਦਾ, ਇਹਦੇ ਐਕਸਚੇਂਜ ਵਿੱਚ ਮੈਨੂੰ ਇਹ ਮਿਲ ਜਾਣਾ ਚਾਹੀਦਾ। ਕੋਈ ਐਕਸਚੇਂਜ ਆਫਰ ਨਹੀਂ ਲਾਇਆ ਹੋਇਆ ਗੁਰੂ ਮਹਾਰਾਜ ਨੇ ਕਿ ਤੁਸੀਂ ਇੰਨੇ ਘੰਟੇ ਬਰਤਨਾਂ ਦੀ ਸੇਵਾ ਕਰੋ ਅਤੇ ਫਿਰ ਤੁਹਾਨੂੰ ਆਹ ਮਿਲੂਗਾ। ਇਹੋ ਜਿਹਾ ਕੋਈ ਸਿਸਟਮ ਨਹੀਂ ਹੈ। ਨਿਸ਼ਕਾਮ ਸੇਵਾ ਉਦੋਂ ਹੀ ਹੋ ਸਕਦੀ ਹੈ ਜਦੋਂ ਸਿੱਖ ਦੀ ਅਵਸਥਾ ਨਿਸ਼ਕਾਮ ਬਣ ਜਾਂਦੀ। ਉਹ ਕਿੱਦਾਂ ਬਣਨੀ ਹੈ, ਉਹਦੇ ਕੀ ਪੈਰਾਮੀਟਰਸ ਨੇ, ਭਾਈ ਗੁਰਦਾਸ ਸਾਨੂੰ ਕੀ ਸਮਝਾਉਂਦੇ ਨੇ, ਇਹ ਮੈਂ ਪਿਛਲੇ ਐਪੀਸੋਡਸ ਦੇ ਵਿੱਚ ਆਲਰੇਡੀ ਡਿਸਕਸ ਕਰ ਚੁੱਕੀ ਹਾਂ। ਸੋ ਉਹਦੇ ਵੱਲ ਆਪਾਂ ਅੱਜ ਬਹੁਤ ਲੰਬਾ ਸਮਾਂ ਜਿਹੜਾ ਉਹ ਨਹੀਂ ਲਵਾਂਗੇ। ਅੱਜ ਜੋ ਆਪਾਂ ਗੱਲ ਕਰਨੀ ਹੈ ਜਾਂ ਹੁਣ ਜੋ ਆਪਾਂ ਗੱਲ ਸ਼ੁਰੂ ਕਰਨੀ ਹੈ, ਉਹ ਅਸੀਂ ਗੱਲ ਸ਼ੁਰੂ ਕਰਨੀ ਹੈ ਪੀੜਾ ਸਿਸਟਮ ਅਤੇ ਮੰਜੀ ਸਿਸਟਮ ਦੀ। ਬਹੁਤ ਸਾਰੇ ਸਾਡੇ 'ਚੋਂ ਸਿੱਖ ਜਿਹੜੇ ਐਸੇ ਨੇ ਜਿਨ੍ਹਾਂ ਨੂੰ ਪਤਾ ਹੈ, ਤਕਰੀਬਨ ਸਭ ਨੂੰ ਹੀ ਪਤਾ ਕਿ ਮੰਜੀ ਸਿਸਟਮ ਜਿਹੜਾ ਉਹ ਸਟੈਬਲਿਸ਼ ਹੋਇਆ ਸੀਗਾ। ਪਰ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਇਹ ਪਤਾ ਹੈ ਕਿ ਗੁਰੂ ਪਾਤਸ਼ਾਹ ਨੇ ਮੰਜੀਆਂ ਦੇ ਨਾਲ ਨਾਲ ਪੀੜੇ ਵੀ ਇਸਟੈਬਲਿਸ਼ ਕੀਤੇ ਸੀ। ਹੁਣ ਜਦੋਂ ਪੀੜ੍ਹਿਆਂ ਦੀ ਗੱਲ ਆਊਗੀ, ਅਗਲੇ ਐਪੀਸੋਡ ਦੇ ਵਿੱਚ ਆਪਾਂ ਪੀੜ੍ਹਿਆਂ ਦੀ ਗੱਲ ਨੂੰ ਬੜਾ ਖੁੱਲ੍ਹ ਕੇ ਕਰਾਂਗੇ। ਇਹਦੇ ਬਾਰੇ ਆਪਾਂ ਇਹਨੂੰ ਹੋਰ ਫਿਲੋਸਫੀਕਲ ਆਈਡੀਓਲੋਜੀਕਲ ਵੇ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਬਟ ਇੱਕ ਬਰੀਫ ਆਊਟਵਿਊ ਜਾਂ ਦੇ ਦਾਂ ਤਾਂ ਉਹ ਇਹ ਹੈ ਕਿ ਉਸ ਵੇਲੇ, ਕਿਉਂਕਿ ਔਰਤਾਂ ਜਿਹੜੀਆਂ ਸੀਗੀਆਂ ਅਜੇ ਵੀ ਆਪਣੇ ਘਰਾਂ ਦੀਆਂ 4 ਦੀਵਾਰੀਆਂ ਦੇ ਵਿੱਚ ਕੈਦ ਸੀ, ਅਜੇ ਵੀ ਉਹਨਾਂ ਦੇ ਉੱਤੇ ਉਹ ਇੱਕ ਜਿਹੜਾ ਮਰਦ ਪ੍ਰਧਾਨ ਸਮਾਜ ਦਾ ਜਿਹੜਾ ਇੱਕ ਦਬਦਬਾ ਸੀਗਾ ਉਹ ਸੀਗਾ, ਕਿਉਂਕਿ ਮੁਸਲਮਾਨ ਜਿਹੜੇ ਸੀਗੇ ਉਹ ਜ਼ਿਆਦਾ ਸੀ ਔਰ ਹਿੰਦੂ ਤਬਕਾ ਜਿਹੜਾ ਸੀ ਉਹ ਜ਼ਿਆਦਾ ਸੀ, ਹਿੰਦੂ ਭਾਈਚਾਰਾ। ਹੁਣ ਹਿੰਦੂ ਭਾਈਚਾਰੇ ਦੇ ਵਿੱਚ ਵੀ ਕੁਛ ਕੁਰੀਤੀਆਂ ਸੀ ਜੋ ਅੱਜ ਵੀ ਕਿਤੇ ਨਾ ਕਿਤੇ ਸਾਨੂੰ ਦੇਖਣ ਨੂੰ ਮਿਲ ਜਾਂਦੀਆਂ। ਵਰਿੰਦਾਵਨ ਅੱਜ ਵੀ ਤੁਸੀਂ ਦੇਖ ਸਕਦੇ ਹਾਂ। ਬਟ ਉਸ ਸਮੇਂ ਦੇ ਉੱਤੇ ਤਾਂ ਉਹ ਬਹੁਤ ਖੁੱਲ੍ਹ ਕੇ ਸੀਗੀਆਂ, ਜਿਹਦੇ ਵਿੱਚ ਕਿ ਜਿਹੜੀਆਂ ਵਿਧਵਾ ਔਰਤਾਂ ਸੀ ਨਾ ਤਾਂ ਉਹ ਵਿਆਹ ਕਰ ਸਕਦੀਆਂ ਸੀ, ਸਿਰ ਉਹਨਾਂ ਦੇ ਮੁੰਡ ਦਿੱਤੇ ਜਾਇਆ ਕਰਦੇ ਸੀ ਔਰ ਕਿਸੇ ਤਰ੍ਹਾਂ ਦਾ ਰੰਗ ਜਿਹੜਾ ਆ, ਕੱਪੜੇ ਦਾ ਰੰਗ, ਉਹ ਪਾ ਨਹੀਂ ਸੀ ਸਕਦੀਆਂ। ਅੱਜ ਵੀ ਅਗਰ ਕੋਈ ਵਰਿੰਦਾਵਨ ਜਾਵੇ ਤਾਂ ਉੱਥੇ ਦੇਖ ਸਕਦਾ ਕਿ ਬਹੁਤ ਸਾਰੀਆਂ ਜਿਹੜੀਆਂ ਵਿਡੋਜ਼ ਨੇ ਉਹਨਾਂ ਦੇ ਅੱਜ ਵੀ ਸਿਰ ਜਿਹੜੇ ਉੱਥੇ ਮੁੰਡਨ ਹੋਏ ਹੁੰਦੇ ਆ। ਸੋ ਇਹ ਸਾਰੀਆਂ ਉਦੋਂ ਕੁਰੀਤੀਆਂ ਸੀਗੀਆਂ। ਔਰ ਜਿਹੜੇ ਮੁਸਲਮਾਨ ਭਾਈਚਾਰੇ ਦੇ ਵਿੱਚ ਅੱਜ ਵੀ ਹੈ ਕਿ ਪਰਦਾ ਸਿਸਟਮ ਉਦੋਂ ਬਹੁਤ ਜ਼ਿਆਦਾ ਗੂੜ੍ਹ ਤਰੀਕੇ ਨਾਲ ਸੀਗਾ, ਅੱਜ ਵੀ ਹੈਗਾ ਵੈਸੇ ਤਾਂ, ਪਰ ਉਸ ਵੇਲੇ ਜਿਹੜਾ ਸੀਗਾ ਕਿ ਕੁਛ ਮੁਸਲਮਾਨ ਭਾਈਚਾਰੇ ਦੇ ਕੁਛ ਹਿੱਸਿਆਂ ਦੇ ਵਿੱਚ ਇੱਕ ਇਕੱਲੀ ਔਰਤ ਅਗਰ ਘਰ ਦੇ ਵਿੱਚ ਆਦਮੀ ਨਹੀਂ ਹੈ ਔਰ ਉਸਦੇ ਦਰਵਾਜ਼ੇ ਦੇ ਉੱਤੇ ਆ ਕੇ ਕੋਈ ਨੌਕ ਕਰਦਾ ਤਾਂ ਉਹ ਦਰਵਾਜ਼ੇ ਦੀ ਜਵਾਬ ਦੇਣ ਵੀ ਨਹੀਂ ਸੀ ਜਾ ਸਕਦੀ। ਸੋ ਇਸ ਤਰੀਕੇ ਦੀਆਂ ਜਿਹੜੀਆਂ ਜ਼ੰਜੀਰਾਂ ਸੀਗੀਆਂ ਉਹਨਾਂ ਦੀਆਂ ਆਪਣੀਆਂ ਮਾਨਤਾਵਾਂ ਹੋ ਸਕਦੀਆਂ, ਹਿੰਦੂ ਭਾਈਚਾਰੇ ਦੀਆਂ, ਮੁਸਲਿਮ ਭਾਈਚਾਰੇ ਦੀਆਂ। ਗਲਤ ਸਹੀ ਵਿੱਚ ਆਪਾਂ ਜਾਂਦੇ ਨਹੀਂ ਇਸ ਸਮੇਂ, ਕਿਉਂਕਿ ਇਸ ਸਮੇਂ ਸਾਡਾ ਉਹ ਟੌਪਿਕ ਨਹੀਂ। ਪਰ ਗੁਰੂ ਨਾਨਕ ਦੇ ਘਰ ਦੇ ਵਿੱਚ ਜਿੱਥੇ ਮਾਤਾ ਖੀਵੀ ਜੀ ਜਿਹੜੇ ਨੇ ਉਹ ਬਕਾਇਦਾ ਸੰਗਤ ਨੂੰ ਆ ਕੇ ਸੰਬੋਧਨ ਕਰਦੇ ਨੇ, ਬਕਾਇਦਾ ਸੰਗਤ ਦੇ ਵਿੱਚ ਆ ਕੇ ਆਪ ਉਹ ਲੰਗਰ ਜਿਹੜਾ ਵਰਤਾਉਂਦੇ ਨੇ ਔਰ ਉੱਥੇ ਸੰਗਤ ਦੇ ਵਿੱਚ ਹੁਣ ਔਰਤਾਂ ਵੀ ਆ ਰਹੀਆਂ, ਆਦਮੀ ਵੀ ਆ ਰਹੇ ਨੇ। ਸੋ ਗੁਰੂ ਨਾਨਕ ਦੇ ਘਰ ਦੇ ਵਿੱਚ ਇੱਕ ਐਸਾ ਫਲਸਫਾ ਖੜਾ ਹੋ ਰਿਹਾ ਜਿੱਥੇ ਔਰਤ ਅਤੇ ਆਦਮੀ ਦੋਨੋਂ ਪੈਰਲਲ ਚੱਲ ਰਹੇ ਨੇ। ਜੇ ਗੁਰੂ ਨਾਨਕ ਪਾਤਸ਼ਾਹ ਦਾ ਬਹੁਤ ਵੱਡਾ ਰੁਤਬਾ ਤੇ ਪਰ ਇਹ ਆਪਾਂ ਗੱਲ ਕਰ ਵੀ ਚੁੱਕੇ ਪਹਿਲਾਂ ਕਿ ਗੁਰੂ ਨਾਨਕ ਪਾਤਸ਼ਾਹ ਦੀ ਜੋ ਰੂਹਾਨੀ ਬਾਣੀ ਹੈ, ਜਦੋਂ ਉਹ ਕਹਿੰਦੇ ਨੇ ਕਿ ਮਰਦਾਨਿਆਂ ਛੇੜ ਰਬਾਬ ਬਾਣੀ ਆਈ ਹੈ, ਤਾਂ ਰਬਾਬ ਕਿੱਥੋਂ ਆਉਂਦਾ? ਉਹ ਬੀਬੀ ਨਾਨਕੀ ਕੋਲੋਂ ਹੀ ਆਉਂਦਾ। ਸੋ ਗੁਰੂ ਨਾਨਕ ਦੇ ਘਰ ਦੇ ਵਿੱਚ ਇਹ ਜਿਹੜਾ ਫਲਸਫਾ ਹੈ ਔਰਤ ਮਰਦ ਦਾ ਵਟਾਂਦਰਾ, ਇਹ ਹੈ ਹੀ ਨਹੀਂ ਸੀਗਾ। ਪਰ ਐਸੇ ਸਮਾਜ ਦੇ ਵਿੱਚ ਜਿੱਥੇ ਔਰਤਾਂ ਨੂੰ ਇੱਕ ਪਰਟੀਕੂਲਰ ਬਾਊਂਡਰੀ ਦੇ ਵਿੱਚ ਬੰਨ੍ਹ ਕੇ ਰੱਖਿਆ ਗਿਆ ਹੋਵੇ, ਉਹਨਾਂ ਤੱਕ ਪਹੁੰਚ ਕਰਨੀ ਥੋੜ੍ਹੀ ਔਖੀ ਸੀਗੀ। ਇਸ ਕਰਕੇ ਗੁਰੂ ਪਾਤਸ਼ਾਹ ਨੇ, ਗੁਰੂ ਅਮਰਦਾਸ ਮਹਾਰਾਜ ਨੇ ਜਿੱਥੇ ਮੰਜੀਆਂ ਇਸਟੈਬਲਿਸ਼ ਕੀਤੀਆਂ ਉੱਥੇ ਪੀੜੇ ਵੀ ਇਸਟੈਬਲਿਸ਼ ਕੀਤੇ।
ਪੀੜੇ ਜਿਹੜੇ ਸੀਗੇ ਉਹਦੇ ਉੱਤੇ ਸਿਰਫ ਔਰਤਾਂ ਹੀ ਕੰਮ ਕਰਦੀਆਂ ਸੀ। ਪੀੜੇ ਔਰਤਾਂ ਲਈ ਹੀ ਇਸਟੈਬਲਿਸ਼ ਕੀਤੇ ਗਏ ਸੀ, ਸੋ ਦੈਟ ਕਿ ਔਰਤਾਂ ਜਿਹੜੀਆਂ ਨੇ ਉਹ ਹੋਰਨਾਂ ਔਰਤਾਂ ਕੋਲ ਜਾ ਕੇ ਗੁਰੂ ਨਾਨਕ ਦੇ ਘਰ ਦਾ ਜਿਹੜਾ ਫਲਸਫਾ ਹੈ ਉਹ ਅੱਗੇ ਤੋਰ ਸਕਣ, ਉਹਨਾਂ ਨੂੰ ਸਮਝਾ ਸਕਣ। ਸੋ ਗੁਰੂ ਨਾਨਕ ਦੇ ਘਰ ਦਾ ਸੁਨੇਹਾ ਪਹੁੰਚਾਉਣ ਦੇ ਲਈ ਜਦੋਂ ਔਰਤਾਂ ਨੂੰ ਅਪੋਇੰਟ ਕੀਤਾ ਗਿਆ ਤਾਂ ਉਹ ਪੀੜਾ ਸਿਸਟਮ ਆਇਆ। ਇਹਦੇ ਬਾਰੇ ਆਪਾਂ ਅਗਲੇ ਐਪੀਸੋਡ ਦੇ ਵਿੱਚ ਖੁੱਲ੍ਹ ਕੇ ਗੱਲ ਕਰਾਂਗੇ। ਅੱਜ ਦੇ ਵਾਸਤੇ ਸਿਰਫ ਇੰਨੀ ਕੁ ਗੱਲ ਜਿਹੜੀ ਆ ਉਹ ਇੰਪੋਰਟੈਂਟ ਸੀਗੀ। ਔਰ ਸਾਡੇ ਕੋਲ ਬੜੇ ਨਾਮ ਨੇ, ਬੜੇ ਨਾਮਵਰ ਜਿਹੜੇ ਪੀੜੇ ਜਿਨ੍ਹਾਂ ਨੇ ਪੀੜੇ ਸਿਸਟਮ ਦੇ ਵਿੱਚ ਕੰਮ ਕੀਤਾ, ਬੀਬੀ ਭਾਨੀ, ਬੀਬੀ ਦਾਨੀ, ਬੀਬੀ ਪਾਲ ਕੌਰ, ਇਹ ਸਾਰੇ ਬੜੇ ਇੰਪੋਰਟੈਂਟ ਨਾਮ ਨੇ ਸਾਡੇ ਕੋਲ। ਸੋ ਅੱਜ ਜਿਹੜੀ ਆਪਾਂ ਗੱਲ ਕਰਨੀ ਹੈ ਉਹ ਕਰਨੀ ਹੈ ਮੰਜੀਆਂ ਦੀ, ਜੋ ਮੰਜੀ ਸਿਸਟਮ ਇਸਟੈਬਲਿਸ਼ ਕੀਤਾ। ਹੁਣ ਇਤਿਹਾਸ ਤੋਂ ਤੁਸੀਂ ਸਾਰੇ ਭਲੀ ਭਾਂਤੀ ਜਾਣੂ ਹੋ। ਇਤਿਹਾਸ ਸਮਝਾਉਣ ਵਾਲੀ ਜਾਂ ਦੱਸਣ ਵਾਲੀ ਮੈਂ ਕੋਈ ਨਹੀਂ ਹੁੰਦੀ, ਕਿਉਂਕਿ ਮੈਂ ਸਿੱਖ ਇਤਿਹਾਸ ਵੱਲ ਹਜੇ ਨਹੀਂ ਜਾਊਂਗੀ। ਪਰ ਇਹ ਸਭ ਆਪ ਜੀ ਨੂੰ ਸਭ ਨੂੰ ਪਤਾ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਨੇ ਬਕਾਇਦਾ ਮੰਜੀਆਂ ਇਸਟੈਬਲਿਸ਼ ਕੀਤੀਆਂ। 22 ਮੰਜੀਆਂ ਇਸਟੈਬਲਿਸ਼ ਹੋਈਆਂ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ। ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਔਰ ਉਹਨਾਂ ਦਾ ਕੰਮ ਕੀ ਸੀਗਾ ਇਹ ਵੀ ਤੁਸੀਂ ਸਭ ਜਾਣਦੇ ਹੋ ਕਿ ਉਹ ਜਿਹੜੇ ਮੰਜੀ ਸਿਸਟਮ ਸੀ ਉਹਦੇ ਵਿੱਚ ਗੁਰੂ ਪਾਤਸ਼ਾਹ ਨੇ ਜਿਨ੍ਹਾਂ ਲੋਕਾਂ ਨੂੰ ਜਿਹੜੇ ਸੇਵਾਦਾਰ ਜਾਂ ਪ੍ਰਬੰਧਕਾਂ ਨੂੰ ਇਹ ਮੌਕਾ ਦਿੱਤਾ ਕਿ ਉਹ ਇੱਕ ਮੰਜੀ ਨੂੰ ਸਾਂਭਣਗੇ। ਪਹਿਲੀ ਮੰਜੀ ਜਿਹੜੀ ਉਹ ਅੱਲਾ ਯਾਰ ਉਹ ਸਾਂਭਦੇ ਨੇ। ਤਾਂ ਇਸ ਤਰੀਕੇ ਨਾਲ ਜਿਹੜੀ ਇਹ ਮੌਕਾ ਦਿੱਤਾ ਉਹਨਾਂ ਨੇ, ਤਾਂ ਉਹਦੇ ਵਿੱਚ ਉਹਨਾਂ ਦਾ ਕੰਮ ਕੀ ਸੀਗਾ? ਇੱਕ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਜਿਹੜਾ ਸੁਨੇਹਾ ਹੈ ਉਹ ਬਾਕੀ ਹੋਰ ਇਲਾਕਿਆਂ ਦੇ ਵਿੱਚ ਲੈ ਕੇ ਜਾਣਾ, ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਉਸ ਸਮੇਂ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਨੇ ਔਰ ਗੋਇੰਦਵਾਲ ਦੇ ਵਿੱਚ ਬਹੁਤ ਸਾਰੇ ਲੋਕ ਉਹਨਾਂ ਦੇ ਦਰਸ਼ਨਾਂ ਲਈ ਆ ਰਹੇ ਨੇ, ਦੂਰ ਦੁਰਾਡਿਆਂ ਤੋਂ ਆ ਰਹੇ ਨੇ। ਹੁਣ ਪ੍ਰੋਬਲਮ ਕੀ ਹੈ ਕਿ ਉਹ ਜਦੋਂ ਬਹੁਤ ਦੂਰ ਦੁਰਾਡਿਆਂ ਤੋਂ ਆਉਂਦੇ ਨੇ, ਅਤੇ ਅੱਜ ਕੱਲ੍ਹ ਦੇ ਵਾਂਗੂ ਉਹ ਤਾਂ ਹੈ ਨਹੀਂ ਕਿ ਫਟਾਫਟ ਗੱਡੀ 'ਤੇ ਬੈਠੇ 'ਤੇ ਆ ਗਏ। ਉਹਨਾਂ ਦੇ ਬਹੁਤ ਸਾਰੇ ਦਿਨ ਉੱਥੇ ਨਿਕਲ ਜਾਂਦੇ ਨੇ ਰਸਤੇ ਦੇ ਵਿੱਚ। ਸੋ ਬਹੁਤ ਸਾਰੇ ਲੋਕ ਗੁਰੂ ਨਾਨਕ ਦੇ ਘਰ ਦੇ ਸੁਨੇਹੇ ਤੋਂ ਇਸ ਲਈ ਵੀ ਵਾਂਝੇ ਰਹਿ ਸਕਦੇ ਸੀ ਕਿਉਂਕਿ ਉੱਥੋਂ ਤੱਕ ਪਹੁੰਚ ਨਹੀਂ ਸਕਦੇ ਸੀਗੇ। ਤਾਂ ਗੁਰੂ ਅਮਰਦਾਸ ਪਾਤਸ਼ਾਹ ਨੇ ਬਕਾਇਦਾ ਜਿਹੜਾ ਹੈ ਅੰਮ੍ਰਿਤਸਰ, ਲਾਹੌਰ, ਦੁਆਬਾ, ਕਾਂਗੜਾ, ਕਸ਼ਮੀਰ, ਮਾਲਵਾ ਅਤੇ ਸਿੰਧ, ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਨੇ ਉਹ ਮੰਜੀਆਂ ਇਸਟੈਬਲਿਸ਼ ਕੀਤੀਆਂ। 22 ਮੰਜੀਆਂ ਇਸਟੈਬਲਿਸ਼ ਕੀਤੀਆਂ ਸੋ ਦੈਟ ਕਿ ਉੱਥੋਂ ਦੇ ਲੋਕਾਂ ਨੂੰ ਗੁਰੂ ਨਾਨਕ ਦੇ ਘਰ ਦੇ ਨਾਲ ਜੋੜਿਆ ਜਾ ਸਕੇ, ਗੁਰੂ ਨਾਨਕ ਦੇ ਘਰ ਦਾ ਫਲਸਫਾ ਉਹਨਾਂ ਤੱਕ ਪਹੁੰਚਾਇਆ ਜਾ ਸਕੇ, ਪ੍ਰੀਚ ਕੀਤਾ ਜਾ ਸਕੇ, ਦੱਸਿਆ ਜਾ ਸਕੇ ਕਿ ਗੁਰੂ ਨਾਨਕ ਦੇ ਘਰ ਦਾ ਫਲਸਫਾ ਹੈ ਕੀ। ਅਗਲੀ ਗੱਲ ਜਿਹੜੀ ਉਹਨਾਂ ਦਾ ਮਤਲਬ ਇਹ ਵੀ ਸੀਗਾ, ਕਿਉਂਕਿ ਜਿੰਨੀ ਵੀ ਭੇਟਾ ਜਿਹੜੀ ਆਉਂਦੀ ਸੀਗੀ ਤਾਂ ਉਹ ਉੱਥੇ ਗੁਰੂ ਪਾਤਸ਼ਾਹ ਨੇ ਇਹ ਕਿਹਾ ਹੋਇਆ ਸੀ ਕਿ ਜਿਹੜੀ ਭੇਟ ਆਊਗੀ ਸਭ ਤੋਂ ਪਹਿਲਾਂ ਤਾਂ ਉੱਥੇ ਗੁਰੂ ਕਾ ਲੰਗਰ ਜਿਹੜਾ ਹੈ ਉਹ ਚੱਲਣਾ, ਕਿਉਂਕਿ ਜਿੱਥੇ ਵੀ ਗੁਰੂ ਮਹਾਰਾਜ ਦਾ ਨਾਮ ਹੋਊਗਾ ਉੱਥੇ ਗੁਰੂ ਕਾ ਲੰਗਰ ਚੱਲੂਗਾ ਹੀ ਚੱਲੂਗਾ, ਗਰੀਬ ਗੁਰਬੇ ਦੀ ਮਦਦ ਵਾਸਤੇ ਵੀ ਚੱਲੂਗਾ। ਸੋ ਗੁਰੂ ਕਾ ਲੰਗਰ ਚੱਲੂਗਾ ਔਰ ਜੋ ਉਸ ਤੋਂ ਬਾਅਦ ਭੇਟਾ ਬਚ ਜਾਂਦੀ ਹੈ ਉਹ ਗੋਇੰਦਵਾਲ ਸਾਹਿਬ ਵਾਪਸ ਆਊਗੀ। ਹੁਣ ਇਹ ਜਿਹੜਾ ਸਾਰਾ ਸਿਸਟਮ ਹੈ ਇਹਨੂੰ ਸਾਨੂੰ ਸਮਝਣ ਦੀ ਲੋੜ ਹੈ। ਮੈਂ ਪਹਿਲਾਂ ਕਹਿ ਚੁੱਕੀ ਕਿ ਇਤਿਹਾਸ ਤੋਂ ਆਪ ਬਹੁਤਾਤ ਦੇ ਵਿੱਚ ਜਿਹੜੇ ਆਪ ਸਭ ਸੰਗਤ ਦੇ ਜੋ ਮੈਂਬਰ ਹੋ ਸਾਰੇ ਭਲੀ ਭਾਂਤੀ ਜਾਣੂ ਹੋ। ਮੈਂ ਇਤਿਹਾਸ ਨਹੀਂ ਦੱਸ ਰਹੀ। ਹਾਂ, ਇਹ ਗੱਲ ਵੱਖਰੀ ਹੈ ਕਿ ਜੇ ਆਪਾਂ ਆਪਣੇ ਆਪ ਕੋਲੋਂ ਹੀ ਪੁੱਛੀਏ ਕਿ ਸਾਡੇ 'ਚੋਂ 22 ਮੰਜੀਆਂ ਦੇ ਵਿੱਚੋਂ 5 ਮੰਜੀਆਂ ਦੇ ਜਿਹੜੇ ਪ੍ਰਬੰਧਕ ਨੇ ਜਾਂ ਸੇਵਾਦਾਰ ਨੇ ਉਹਨਾਂ ਦੇ ਆਪਾਂ ਨਾਮ ਦੱਸ ਦਈਏ ਤਾਂ ਸ਼ਾਇਦ ਆਪਾਂ ਨਹੀਂ ਦੱਸ ਸਕਦੇ, ਕਿਉਂਕਿ ਅਸੀਂ ਆਪਣਾ ਵਿਰਸਾ, ਆਪਣਾ ਜਿਹੜਾ ਇਤਿਹਾਸ ਆ ਉਹ ਭੁੱਲਦੇ ਜਾ ਰਹੇ ਹਾਂ, ਭੁੱਲ ਚੁੱਕੇ ਹਾਂ ਕਾਫੀ ਹੱਦ ਤੱਕ। ਸੋ ਆਪਣੇ ਆਪ ਕੋਲੋਂ ਪੁੱਛੀਏ ਜੇ ਕਿ 22 ਮੰਜੀਆਂ ਦੇ ਵਿੱਚੋਂ ਅਸੀਂ ਕਿਸੇ 5 ਦਾ ਵੀ ਨਾਮ ਦੱਸ ਸਕਦੇ ਹਾਂ। ਜੇਕਰ ਤਾਂ ਆਪਾਂ ਦੱਸ ਸਕਦੇ ਹਾਂ ਤਾਂ ਆਪਣੇ ਆਪ ਨੂੰ ਵਧਾਈ ਦਿਓ ਅਤੇ ਅਗਲੇ ਹੋਰ ਨਾਮ ਵੀ ਯਾਦ ਕਰਨ ਦੀ ਕੋਸ਼ਿਸ਼ ਕਰਿਓ। ਪਰ ਅਗਰ ਨਹੀਂ ਦੱਸ ਸਕਦੇ ਤਾਂ ਆਪਾਂ ਆਪਣੇ ਆਪ ਨੂੰ ਸਵਾਲ ਕਰੀਏ ਕਿ ਅਸੀਂ ਖੜ੍ਹੇ ਕਿੱਥੇ ਹਾਂ। ਅਤੇ ਫਿਰ ਅਸੀਂ ਇਹ ਕਹਿੰਦੇ ਹਾਂ ਕਿ ਸ਼੍ਰੋਮਣੀ ਕਮੇਟੀ ਨੇ ਨਿਘਾਰ ਲਿਆ ਦਿੱਤਾ ਸਿੱਖੀ ਦੇ ਵਿੱਚ, ਜਾਂ ਪਤਾ ਨਹੀਂ ਕਿਹਨੇ ਆਪਣੇ ਇਲਜ਼ਾਮ ਅਸੀਂ ਲੋਕਾਂ ਦੇ ਸਿਰ ਮੜ੍ਹਨਾ ਬੰਦ ਕਰ ਦਈਏ। ਆਪਣੇ ਆਪ ਨੂੰ ਸਮਝਣਾ ਸ਼ੁਰੂ ਕਰੀਏ ਕਿ ਅਸੀਂ ਕਿੱਥੇ ਖੜ੍ਹੇ ਹਾਂ। ਉਹਨਾਂ ਨੇ ਜੋ ਕੀਤਾ ਸੋ ਕੀਤਾ, ਪਰ ਅਸੀਂ ਆਪ ਕੀ ਕੀਤਾ ਆਪਾਂ ਆਪਣੇ ਆਪ ਨੂੰ ਵੀ ਪੁੱਛੀਏ। ਬਹੁਤਾਤ ਦੇ ਵਿੱਚ ਲੋਕਾਂ ਨੂੰ 10 ਗੁਰੂਆਂ ਦੇ ਨਾਮ ਹੀ ਸੀਰੀਅਲ 'ਚ ਨਹੀਂ ਆਉਂਦੇ ਤਾਂ ਮੰਜੀਆਂ ਦੇ ਨਾਮ ਤਾਂ ਕਿੱਥੇ ਆਉਣੇ। ਬਟ ਸਟਿਲ ਕੋਸ਼ਿਸ਼ ਕਰਿਓ ਕਿ ਆਪਣੇ ਆਪ ਕੋਲੋਂ ਪੁੱਛੋ ਕਿ ਅਗਰ ਨਹੀਂ ਆਉਂਦੇ ਤਾਂ ਕਿਉਂ ਨਹੀਂ ਆਉਂਦੇ, ਕਿਉਂ ਜ਼ਰੂਰਤ ਮਹਿਸੂਸ ਨਹੀਂ ਹੋਈ ਇੱਕ ਐਡੇ ਵੱਡੇ ਪ੍ਰਬੰਧਕ ਢਾਂਚੇ ਨੂੰ ਸਮਝਣ ਦੀ। ਸਾਨੂੰ ਕਿਉਂ ਜ਼ਰੂਰਤ ਮਹਿਸੂਸ ਨਹੀਂ ਹੋਈ? ਸਾਨੂੰ ਕਿਉਂ ਨਹੀਂ ਲੱਗਾ ਕਿ ਅਸੀਂ ਆਪਣੇ ਜੋ ਸਾਡੇ ਗੁਰੂ ਅਮਰਦਾਸ ਪਾਤਸ਼ਾਹ ਨੇ ਐਡਾ ਵੱਡਾ ਇੱਕ ਪ੍ਰਬੰਧਕ ਢਾਂਚਾ ਸਾਨੂੰ ਦੇ ਦਿੱਤਾ, ਜਿਸ ਢਾਂਚੇ ਉੱਤੇ ਅਸੀਂ ਅੱਜ ਵੀ ਕੰਮ ਕਰ ਰਹੇ ਹਾਂ, ਉਸ ਢਾਂਚੇ ਨੂੰ ਅਸੀਂ ਸਮਝਿਆ ਕਿਉਂ ਨਹੀਂ? ਖੈਰ, ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਉਹ ਤੁਹਾਨੂੰ 22 ਮੰਜੀਆਂ ਦੇ ਨਾਮ ਯਾਦ ਕਰਾਉਣਾ ਤਾਂ ਬਿਲਕੁਲ ਨਹੀਂ, ਪਰ ਆਪਾਂ ਇਹ ਸਮਝ ਲਈਏ ਕਿ ਇਹਦੇ ਪਿੱਛੇ ਆਈਡੀਓਲੋਜੀਕਲ ਤੱਥ ਕੀ ਨੇ, ਇਹ ਸਮਝਣਾ ਬਹੁਤ ਜ਼ਰੂਰੀ ਹੈ। ਸੋ
ਆਪਾਂ ਜਦੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਵਾਹਿਗੁਰੂ ਜਾਂ ਗੁਰੂ ਮਹਾਰਾਜ ਸਾਨੂੰ ਸਮਝਾਉਣਾ ਕੀ ਚਾਹ ਰਹੇ ਨੇ, ਮੰਜੀਆਂ ਇਸਟੈਬਲਿਸ਼ ਕਰਕੇ ਉਹ ਕੀ ਸਮਝਾਉਣਾ ਚਾਹ ਰਹੇ ਨੇ। ਪ੍ਰੀਚਿੰਗ ਦੀ ਗੱਲ ਤਾਂ ਹੋ ਗਈ, ਜੋ ਕਿ ਆਮ ਸਾਨੂੰ ਕਿਸੇ ਕਹਾਣੀਆਂ ਦੇ ਵਿੱਚ ਮਿਲ ਜੂਗਾ, ਸਾਨੂੰ ਜਨਮ ਸਾਖੀਆਂ 'ਚ ਮਿਲ ਜੂਗਾ, ਜਾਂ ਵੈਸੇ ਸਾਨੂੰ ਆਪਣੇ ਇਤਿਹਾਸ ਦੇ ਵਿੱਚ ਮਿਲ ਜੂਗਾ ਕਿ ਗੁਰੂ ਅਮਰਦਾਸ ਪਾਤਸ਼ਾਹ ਨੇ 22 ਮੰਜੀਆਂ ਸਥਾਪਿਤ ਕੀਤੀਆਂ। 22 ਮੰਜੀਆਂ ਦੇ ਉੱਤੇ ਜਿਹੜੇ ਨੇ ਉਹ ਲੋਕ ਗਏ ਔਰ ਉਹਨਾਂ ਨੇ ਬਕਾਇਦਾ ਗੁਰੂ ਦਾ ਜਿਹੜਾ ਨਾਮ ਹੈ ਉਹਨੂੰ ਅੱਗੇ ਪ੍ਰੀਚ ਕੀਤਾ, ਗੁਰੂ ਮਹਾਰਾਜ ਦਾ ਸੁਨੇਹਾ ਅੱਗੇ ਪ੍ਰੀਚ ਕੀਤਾ। ਉਹ ਗੱਲ ਤਾਂ ਸਾਨੂੰ ਮਿਲ ਜਾਊਗੀ। ਗੱਲ ਸਮਝਣ ਵਾਲੀ ਇਹ ਹੈ ਕਿ ਗੁਰੂ ਮਹਾਰਾਜ ਸਾਨੂੰ ਸਮਝਾਉਣਾ ਕੀ ਚਾਹ ਰਹੇ ਨੇ, ਉਹ ਇਸ ਮੰਜੀ ਸਿਸਟਮ ਦੇ ਜ਼ਰੀਏ ਸਾਨੂੰ ਕਿਹੜਾ ਮਾਡਲ ਦੇਣਾ ਚਾਹ ਰਹੇ ਨੇ ਜੋ ਅਸੀਂ ਮਿਸ ਕਰ ਰਹੇ ਹਾਂ। ਸੋ ਇਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਹਿਲੀ ਗੱਲ ਤਾਂ ਇਹ ਕਿ ਮੰਜੀ ਸਿਸਟਮ ਦੇ ਨਾਲ ਉਹ ਸਾਨੂੰ ਇੱਕ ਐਡਮਿਨਿਸਟ੍ਰੇਟਿਵ ਢਾਂਚਾ ਦੇ ਰਹੇ ਨੇ। ਹੁਣ ਜ਼ਰਾ ਸਮਝਣ ਦੀ ਕੋਸ਼ਿਸ਼ ਕਰੀਏ ਆਪਾਂ ਇਸ ਚੀਜ਼ ਨੂੰ। ਜਿਹੜੇ ਲੋਕ ਨੇ ਜੋ ਗੁਰੂ ਘਰ ਦੇ ਨਾਲ ਜੁੜ ਰਹੇ ਨੇ, ਜੋ ਗੁਰੂ ਘਰ ਦੇ ਨਾਲ ਜੁੜੇ ਨੇ, ਗੁਰੂ ਨਾਨਕ ਦੇ ਘਰ ਦੇ ਨਾਲ ਜੁੜੇ ਨੇ, ਉਹ ਕੌਣ ਲੋਕ ਨੇ? ਥੋੜ੍ਹੇ ਜਿਹੇ ਪਿੱਛੇ ਐਪੀਸੋਡ ਚੱਲ ਜਾਓ ਅਤੇ ਮੈਂ ਆਪਾਂ ਇੱਕ ਗੱਲ ਕੀਤੀ ਸੀਗੀ ਰॉ ਮਟੀਰੀਅਲ ਦੀ, ਕਿਉਂਕਿ ਕਿਸੇ ਪ੍ਰਚਾਰਕ ਨੇ ਪੰਜਾਬ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਰॉ ਮਟੀਰੀਅਲ ਕਿੱਥੋਂ ਲੈਣਾ, ਤਾਂ ਆਪਾਂ ਉੱਥੋਂ ਇੱਕ ਵਰਡ ਚੁੱਕਿਆ ਸੀਗਾ ਰॉ ਮਟੀਰੀਅਲ। ਅਤੇ ਖੈਰ ਉਸੇ ਰॉ ਮਟੀਰੀਅਲ ਦੀ ਆਪਾਂ ਗੱਲ ਅੱਜ ਕਰਦੇ ਹਾਂ ਕਿ ਜੋ ਲੋਕ ਗੁਰੂ ਨਾਨਕ ਦੇ ਘਰ ਦੇ ਨਾਲ ਜੁੜ ਰਹੇ ਸੀ ਉਹ ਲੋਕ ਕੌਣ ਸੀ। ਉਹ ਲੋਕ ਆਮ ਸਾਧਾਰਨ ਲੋਕ ਸੀ। ਉਹ ਲੋਕ ਕੋਈ ਬਹੁਤ ਵੱਡੇ ਲੋਕ ਜਾਂ ਰਾਜੇ ਨਹੀਂ ਸੀ ਉਸ ਸਮੇਂ, ਜਾਂ ਇਹ ਕਹਿ ਲਓ ਕਿ ਉਹ ਪ੍ਰਬੰਧਕ ਹੀ ਉਸ ਸਮੇਂ ਕੋਈ IAS ਦਾ ਐਗਜ਼ਾਮ ਨਹੀਂ ਸੀ ਹੁੰਦਾ, ਕੋਈ ICS ਦਾ ਐਗਜ਼ਾਮ ਨਹੀਂ ਸੀ ਹੁੰਦਾ ਕਿ ਉਹਨਾਂ ਨੂੰ ਐਡਮਿਨਿਸਟ੍ਰੇਸ਼ਨ ਸਿਖਾਈ ਜਾ ਸਕੇ। ਪਰ ਇੱਕ ਰਾਜ ਚਲਾਉਣ ਦੇ ਲਈ, ਇਹ ਗੱਲ ਸਮਝਣ ਵਾਲੀ ਹੈ, ਆਪਾਂ ਸਮਝ ਲਈਏ ਇਸ ਚੀਜ਼ ਨੂੰ, ਇੱਕ ਰਾਜ ਚਲਾਉਣ ਦੇ ਲਈ ਐਡਮਿਨਿਸਟ੍ਰੇਟਿਵ ਢਾਂਚਾ ਖੜ੍ਹਾ ਕਰਨਾ ਬਹੁਤ ਜ਼ਰੂਰੀ ਹੈ। ਜਿੱਥੇ ਗੱਲ ਆ ਜਾਂਦੀ ਹੈ ਨਾ ਕਿ ਇਹ ਤਾਂ ਜੀ ਜਿਹੜਾ ਸਿੱਖੀ ਹੈ, ਬਹੁਤ ਸਾਰੇ ਲੋਕ ਕਹਿੰਦੇ ਇਹ ਹਿੰਦੂ ਧਰਮ ਦਾ ਹੀ ਜਿਹੜਾ ਉਹਨੂੰ ਹੀ ਚੰਗਾ ਕਰਨ ਦੇ ਲਈ ਜਾਂ ਇਸ ਤਰੀਕੇ ਦੀਆਂ ਜੋ ਵੀ ਗੌਸਿਪਸ ਆਪਣੇ ਕੋਲ ਆਉਂਦੀਆਂ ਨੇ ਉਸ ਨੂੰ ਇੱਥੇ ਸਮਝਣ ਦੀ ਕੋਸ਼ਿਸ਼ ਕਰੀਏ ਕਿ ਅਗਰ ਸਿਰਫ ਇਹ ਇੱਕ ਭਗਤੀ ਮੂਵਮੈਂਟ ਦਾ ਹੀ ਅੱਗੇ ਵਿਸਥਾਰ ਹੋਇਆ ਹੁੰਦਾ ਜਾਂ ਗੁਰੂ ਮਹਾਰਾਜ ਨੇ ਸਿਰਫ ਹਿੰਦੂ ਧਰਮ ਨੂੰ ਹੀ ਸੁਧਾਰ ਕਰਨਾ ਹੁੰਦਾ ਤਾਂ ਫਿਰ ਉਹ ਮੰਦਰਾਂ ਦੇ ਵਿੱਚ ਹੀ ਹੁੰਦਾ, ਉਹ ਵੱਖਰਾ ਕੋਈ ਸਿਸਟਮ ਨਾ ਦਿੰਦੇ। ਪਰ ਇੱਥੇ ਗੱਲ ਰਾਜ ਦੀ ਹੈ, ਸਿੱਖਾਂ ਨੂੰ। ਔਰ ਆਪਾਂ ਇਹ ਗੱਲ ਗੁਰੂ ਨਾਨਕ ਦੇ ਜੀਵਨ ਜਦੋਂ ਆਪਾਂ ਗੱਲ ਕਰ ਰਹੇ ਸੀ ਉਦੋਂ ਹੀ ਕੀਤੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਸਿਰਫ ਸਾਨੂੰ ਇੱਕ ਧਰਮ ਦਾ ਢਾਂਚਾ ਨਹੀਂ ਦਿੰਦੇ, ਸਾਨੂੰ ਰਾਜ ਦਾ ਢਾਂਚਾ ਵੀ ਦਿੰਦੇ ਨੇ। ਜਿਹੜਾ ਹਲੀਮੀ ਰਾਜ ਦੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਦੇ ਨੇ ਉਹ ਢਾਂਚਾ ਵੀ ਸਾਨੂੰ ਤਿਆਰ ਕਰਕੇ ਦਿੰਦੇ ਨੇ। ਸੋ ਇੱਕ ਐਡਮਿਨਿਸਟ੍ਰੇਟਿਵ ਢਾਂਚਾ ਜਿਹੜਾ ਹੈ ਉਹ ਸਿੱਖਾਂ ਨੂੰ ਸਿਖਾਉਣ ਦੇ ਲਈ, ਕਿਉਂਕਿ ਜਿਹੜਾ ਰॉ ਮਟੀਰੀਅਲ ਜਿਹੜੇ ਆਮ ਲੋਕ ਜੋ ਗੁਰੂ ਨਾਨਕ ਦੇ ਘਰ ਦੇ ਨਾਲ ਜੁੜ ਰਹੇ ਨੇ, ਗੁਰੂ ਅਮਰਦਾਸ ਪਾਤਸ਼ਾਹ ਪਾਸ ਆ ਰਹੇ ਨੇ, ਉਹਨਾਂ ਕੋਲ ਉਹਨਾਂ ਦੀ ਬੋਲੀ ਵੀ ਹੋ ਗਈ ਆ, ਹੁਣ ਗੁਰਮੁਖੀ ਲਿਪੀ ਉਹਨਾਂ ਦੀ ਹੈ, ਗੁਰਮੁਖੀ ਲਿਪੀ ਦੇ ਵਿੱਚ ਆਪਣਾ ਉਹ ਕੰਮ ਵੀ ਕਰ ਰਹੇ ਨੇ। ਪਰ ਉਹਨਾਂ 'ਤੇ ਜਿਹੜਾ ਇੱਕ ਢਾਂਚਾ ਹੈ ਉਹ ਉਹਨਾਂ ਨੂੰ ਸਿਖਾਉਣਾ ਵੀ ਤਾਂ ਪਊਗਾ ਨਾ ਕਿ ਐਡਮਿਨਿਸਟ੍ਰੇਸ਼ਨ ਹੁੰਦੀ ਕਿੱਦਾਂ ਆ, ਰਾਜ ਪਾਰਟ ਦੀ ਐਡਮਿਨਿਸਟ੍ਰੇਸ਼ਨ ਕਿੱਦਾਂ ਹੁੰਦੀ ਹੈ। ਸੋ ਇੱਥੇ ਉਹ ਸ਼ੁਰੂਆਤ ਹੋ ਜਾਂਦੀ ਹੈ ਕਿ ਜਦੋਂ ਆਪਣੇ ਸਿੱਖਾਂ ਦੀ ਟ੍ਰੇਨਿੰਗ ਸ਼ੁਰੂ ਕਰਦੇ ਨੇ ਕਿ ਤੁਸੀਂ ਐਡਮਿਨਿਸਟ੍ਰੇਸ਼ਨ ਕਰਨੀ ਕਿਵੇਂ ਹੈ। ਸੋ ਇਹ ਜਿਹੜਾ ਮੰਜੀ ਸਿਸਟਮ ਹੈ ਉਹ ਸਿਰਫ ਇਹੀ ਨਹੀਂ ਹੈ ਕਿ ਉਹਨਾਂ ਨੂੰ ਬਸ ਭੇਜਤਾ ਕਿ ਜਾਓ ਜੀ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਅੱਗੇ ਫੈਲਾਓ, ਇਹੀ ਗੱਲ ਨਹੀਂ ਹੈ। ਅਗਰ ਇੰਨੀ ਕੀ ਗੱਲ ਹੁੰਦੀ ਨਾ, ਅਗਰ ਇੰਨੀ ਕੀ ਗੱਲ ਹੁੰਦੀ ਤਾਂ ਬਹੁਤ ਸਾਰੇ ਜਿਹੜੇ ਜੋਗੀ ਹੈ, ਨਾਥ ਨੇ, ਉਹ ਵੀ ਆਪਣੇ ਜਿਹੜੇ ਉਹਨਾਂ ਦੇ ਜਿਹੜੇ ਸ਼ਿਸ਼ਯ ਹੁੰਦੇ ਸੀ ਉਹ ਅੱਗੇ ਅੱਗੇ ਜਾਇਆ ਕਰਦੇ ਸੀਗੇ, ਤਾਂ ਪਰ ਉਹਨਾਂ ਨੇ ਐਸਾ ਕੋਈ ਢਾਂਚਾ ਨਹੀਂ ਦਿੱਤਾ। ਸੋ ਇਹ ਮੰਜੀ ਸਿਸਟਮ ਦਾ ਜਿਹੜਾ ਢਾਂਚਾ ਗੁਰੂ ਪਾਤਸ਼ਾਹ ਸਾਨੂੰ ਦਿੰਦੇ ਨੇ, ਗੁਰੂ ਅਮਰਦਾਸ ਮਹਾਰਾਜ, ਉਹ ਸਾਨੂੰ ਇੱਕ ਜੋ ਆਪਣੇ ਸਿੱਖਾਂ ਨੂੰ ਇੱਕ ਐਡਮਿਨਿਸਟ੍ਰੇਸ਼ਨ ਦਾ ਢਾਂਚਾ ਦਿੰਦੇ ਨੇ। ਅੱਜ ਵੀ ਬਹੁਤਾਤ ਦੇ ਵਿੱਚ ਬਹੁਤ ਸਾਰੇ ਲੋਕਾਂ ਕੋਲ ਇਹ ਗੱਲ ਸਾਹਮਣੇ ਆ ਜਾਂਦੀ ਹੈ ਕਿ ਇਹ ਜਿਹੜਾ ਔਰ ਇੰਡੀਆ ਵਿੱਚ ਖਾਸ ਤੌਰ 'ਤੇ ਇਹ ਗੱਲ ਚੱਲਦੀ ਹੈ ਕਿ ਅਗਰ ਸੱਚੀ ਮੁੱਚੀ ਤੁਸੀਂ ਆਪਣਾ ਵਧੀਆ ਦੇਸ਼ ਚਲਾਉਣਾ ਹੈ ਨਾ ਤਾਂ ਜਿਹੜਾ ਪੂਰਾ ਦਾ ਪੂਰਾ ਰਾਜ ਪਾਟ ਹੈ ਉਹ ਸਿੱਖਾਂ ਨੂੰ ਦੇ ਦਿਓ, ਕਿਉਂਕਿ ਇਹਨਾਂ ਦੇ ਕੋਲ ਇੱਕ ਸਿਸਟਮ ਹੈਗਾ ਉਸ ਨੂੰ ਚਲਾਉਣ ਦਾ। ਉਹ ਸਿਸਟਮ ਕਿਹੜਾ? ਉਹ ਸਿਸਟਮ ਇਹੀ ਜੋ ਸਾਨੂੰ ਗੁਰੂ ਪਾਤਸ਼ਾਹ ਜੀ ਦੇ ਵਾਸਤੇ ਤਿਆਰ ਕਰ ਰਹੇ ਨੇ। ਇਹ ਗੱਲ ਕਿਉਂ ਹੋ ਜਾਂਦੀ ਹੈ, ਕਿ ਕਿਵੇਂ ਹੋ ਜਾਂਦੀ, ਜ਼ਰਾ ਆਪ ਸੋਚ ਕੇ ਦੇਖਿਓ ਜੇ ਕਿ ਆਪਾਂ 2% ਸਿੱਖ ਹਾਂ ਔਰ ਜਿੱਥੇ ਵੀ ਕਿਤੇ ਕੋਈ ਆਪਦਾ ਆਉਂਦੀ ਹੈ ਸਿੱਖ ਉੱਥੇ ਪਹੁੰਚ ਜਾਂਦੇ ਔਰ ਬੜੇ ਔਰਗਨਾਈਜ਼ਡ ਤਰੀਕੇ ਦੇ ਨਾਲ ਉਹਨਾਂ ਦੀ ਸੇਵਾ ਵੀ ਕਰਦੇ ਨੇ, ਮਦਦ ਵੀ ਕਰਦੇ ਨੇ। ਇਹ ਕਿਵੇਂ ਹੋ ਜਾਂਦਾ? ਇਹ ਕਿਵੇਂ ਹੋ ਜਾਂਦਾ ਕਿ ਇੱਕ ਮਾਈਨੋਰਿਟੀ ਆਫ ਮਾਈਨੋਰਿਟੀਜ਼ ਹੈ ਨਾ, ਅਸੀਂ ਮਾਈਨੋਰਿਟੀਜ਼ ਦੇ ਵਿੱਚ ਵੀ ਮਾਈਨੋਰਿਟੀ ਹਾਂ, ਫਿਰ ਵੀ ਇਹ ਜਿਹੜਾ ਇੱਕ ਢਾਂਚਾ ਸਾਡਾ ਤਿਆਰ ਹੋਇਆ
ਇਹ ਕਿਵੇਂ ਹੋ ਜਾਂਦਾ ਹੈ ਕਿ ਭਾਵੇਂ ਉਹ 1000 ਬੰਦੇ ਦੀ ਰਾਸ਼ਨ ਪਕਾਉਣਾ ਹੋਵੇ, ਚਾਹੇ ਲੱਖ ਰੁਪਏ ਬੰਦੇ ਦਾ ਰਾਸ਼ਨ ਬਣਨਾ ਹੋਵੇ, ਉਹ ਕਿੱਦਾਂ ਫਟਾਫਟ ਹੋ ਜਾਂਦਾ? ਕਿਵੇਂ ਹੋ ਗਿਆ ਕਿ ਸਿੰਘੂ ਬਾਰਡਰ ਦੇ ਉੱਤੇ ਰਾਤ ਨੂੰ ਸਟੇਜ ਲੱਗਦੀ ਹੈ ਔਰ ਸਵੇਰ ਨੂੰ ਉੱਥੇ ਬਕਾਇਦਾ ਲੰਗਰ ਲੱਗ ਜਾਂਦੇ ਨੇ? ਕਿਵੇਂ ਹੋ ਗਿਆ? ਇਹ ਢਾਂਚਾ ਹੈ ਜੋ ਸਾਨੂੰ ਦਿੱਤਾ ਗਿਆ ਔਰ ਸਾਨੂੰ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਇਸ ਢਾਂਚੇ ਨੂੰ ਸਮਝਾਇਆ ਹੈ, ਸਾਨੂੰ ਪ੍ਰੈਕਟੀਕਲ ਕਰਵਾਇਆ ਹੈ। ਇਹ ਸਾਨੂੰ ਓਵਰਨਾਈਟ ਨਹੀਂ ਆਇਆ। ਜੇ ਸਾਡੇ ਦਿਮਾਗਾਂ ਦੇ ਵਿੱਚ ਕਿਤੇ ਭੁਲੇਖਾ ਹੋਵੇ ਤਾਂ ਇਹ ਅਸੀਂ ਭੁੱਲ ਜਾਈਏ ਕਿ ਅਸੀਂ ਆਪ ਕੋਈ ਸਿਆਣਪ ਕੀਤੀ ਹੈ। ਸਾਨੂੰ ਬਕਾਇਦਾ ਸਾਡੀ ਇਹਦੇ ਉੱਤੇ ਰਿਹਰਸਲ ਹੋਈ ਹੈ, ਇੰਨੇ ਸਾਲ ਰਿਹਰਸਲ ਹੋਈ ਹੈ, ਸਾਡਾ ਪ੍ਰੈਕਟਿਸ ਹੋਈ ਹੈ। ਉਹ ਐਡਮਿਨਿਸਟ੍ਰੇਟਿਵ ਢਾਂਚਾ ਜਿਹੜਾ ਗੁਰੂ ਮਹਾਰਾਜ ਸਾਨੂੰ ਦਿੰਦੇ ਨੇ ਮੰਜੀ ਸਿਸਟਮ ਦੇ ਵਿੱਚੋਂ, ਪਹਿਲੀ ਗੱਲ ਤਾਂ ਉਹ ਨਿਕਲ ਕੇ ਆਉਂਦੀ ਹੈ। ਕਿਉਂ? ਇਹ ਵੀ ਸਮਝ ਲਈਏ ਕਿੱਦਾਂ ਨਿਕਲ ਕੇ ਆਉਂਦੀ ਹੈ। ਜਦੋਂ ਮੰਜੀ ਸਿਸਟਮ ਇਸਟੈਬਲਿਸ਼ ਹੁੰਦਾ, 22 ਮੰਜੀਆਂ ਇਸਟੈਬਲਿਸ਼ ਹੁੰਦੀਆਂ, ਤਾਂ ਉਹਨਾਂ ਦਾ ਕੰਮ ਕੀ ਹੈ ਕਿ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਉੱਥੇ ਜਾਣਾ ਹੈ ਔਰ ਸੰਗਤ ਨੂੰ ਸੰਬੋਧਨ ਵੀ ਕਰਨਾ ਹੈ, ਸੰਗਤ ਤੱਕ ਗੁਰੂ ਮਹਾਰਾਜ ਦਾ ਪੈਗਾਮ ਵੀ ਪਹੁੰਚਾਉਣਾ ਹੈ। ਔਰ ਦੂਸਰੀ ਗੱਲ, ਜੋ ਭੇਟਾ ਆ ਰਹੀ ਹੈ ਉਸ ਭੇਟਾ ਨੂੰ ਗੁਰੂ ਕੇ ਲੰਗਰ ਵਾਸਤੇ ਯੂਜ਼ ਕਰਨਾ ਹੈ। ਜੋ ਬਚ ਗਿਆ ਉਹ ਗੋਇੰਦਵਾਲ ਸਾਹਿਬ ਜਾਊਗਾ। ਸੋ ਇਹ ਪੂਰਾ ਇੱਕ ਐਡਮਿਨਿਸਟ੍ਰੇਸ਼ਨ ਦਾ ਇੱਕ ਨਕਸ਼ਾ ਹੈ, ਪੂਰਾ ਐਡਮਿਨਿਸਟ੍ਰੇਟਿਵ ਨਕਸ਼ਾ ਹੈ, ਸਾਨੂੰ ਉਹ ਢਾਂਚਾ ਦੇ ਰਹੇ ਨੇ। ਹੁਣ ਇਹਦੇ ਵਿੱਚ ਸਾਡੇ ਕੋਲ ਕੀ ਆਊਗਾ ਕਿ ਕਿੰਨੀ, ਉਹਨਾਂ ਨੂੰ ਪਹਿਲਾਂ ਹੀ ਸਮਝਣਾ ਪਊਗਾ, ਅੱਛਾ ਇੰਨੀ ਸੰਗਤ ਆ ਰਹੀ ਹੈ, ਇਹਨਾਂ ਵਾਸਤੇ ਇੰਨਾ ਲੰਗਰ ਬਣਨਾ, ਉਸ ਤੋਂ ਵੱਧ ਵੀ, ਕਿਉਂਕਿ ਗੁਰੂ ਕਾ ਲੰਗਰ ਕਦੀ ਥੁੜਦਾ ਨਹੀਂ ਹੁੰਦਾ। ਤਾਂ ਜਾਂ ਕਦੀ ਵੀ ਜਦ ਤੱਕ ਆਖਰੀ ਬੰਦਾ ਨਾ ਕਹੇ ਕਿ ਮੇਰੀ ਹੁਣ ਤ੍ਰਿਪਤੀ ਹੋ ਗਈ, ਉਹ ਇਹ ਨਹੀਂ ਕਹਿੰਦੇ ਹੁੰਦੇ ਕਿ ਗੁਰੂ ਕਾ ਲੰਗਰ ਖਤਮ ਹੋ ਗਿਆ। ਖਤਮ ਕਦੀ ਨਹੀਂ ਹੁੰਦਾ। ਸੋ ਇਹ ਸਾਰੀਆਂ ਚੀਜ਼ਾਂ ਵਾਸਤੇ ਉਹਨਾਂ ਦੀ ਉਹ ਆਪ ਮੁਹਾਰੇ ਉਹਨਾਂ ਦੀ ਇੱਕ ਤਿਆਰੀ ਹੋ ਰਹੀ ਹੈ ਕਿ ਇਹ ਅਨੁਮਾਨ ਲਾਉਣੇ, ਅੰਦਾਜ਼ੇ ਲਾਉਣੇ, ਕਿੰਨੇ ਲੋਕ ਨੇ, ਕੀ ਕਰਨਾ ਹੈ, ਕਿਵੇਂ ਕਰਨਾ ਹੈ। ਫਿਰ ਉਹਦੇ ਮੋਨੀਟਰੀ ਉਹਨਾਂ ਦਾ ਸੰਗਤ ਦੇ ਕੋਲੋਂ ਜੋ ਪੈਸਾ ਇਕੱਠਾ ਹੋ ਰਿਹਾ ਉਹ ਸਾਰਾ, ਫਿਰ ਉਹਦਾ ਇਸਤੇਮਾਲ ਕਿਵੇਂ ਹੋ ਰਿਹਾ, ਫਿਰ ਉਹ ਗੋਇੰਦਵਾਲ ਸਾਹਿਬ ਕਿਵੇਂ ਜਾ, ਇਹ ਸਾਰਾ ਇੱਕ ਐਡਮਿਨਿਸਟ੍ਰੇਟਿਵ ਢਾਂਚਾ ਹੈ ਜੋ ਅੱਜ ਮਾਡਰਨ, ਅੱਜ ਅਗਰ ਅਸੀਂ ਕੋਈ ਜਿਹੜੇ MBA ਜਾਂ ਆਪਾਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਜਾਂ ਰਿਸੋਰਸ ਮੈਨੇਜਮੈਂਟ ਜਾਂ HR ਹਿਊਮਨ ਰਿਸੋਰਸ ਮੈਨੇਜਮੈਂਟ ਦੀਆਂ ਆਪਾਂ ਗੱਲਾਂ ਕਰਦੇ ਹਾਂ ਨਾ, ਜੋ ਵੱਡੀਆਂ ਡਿਗਰੀਜ਼ ਦੀਆਂ ਆਪਾਂ ਗੱਲਾਂ ਕਰਦੇ ਹਾਂ, ਉਹ ਸਾਨੂੰ ਗੁਰੂ ਮਹਾਰਾਜ ਸਾਡੇ ਪਹਿਲਾਂ ਹੀ ਸਿਖਾ ਕੇ ਜਾ ਰਹੇ ਨੇ। ਅਸੀਂ ਸਿੱਖਣ ਤੋਂ ਵਾਂਝੇ ਰਹਿ ਗਏ ਹਾਂ, ਉਹ ਗੱਲ ਵੱਖਰੀ ਹੈ, ਕਿਉਂਕਿ ਸਾਨੂੰ ਲੱਗਦਾ ਕਿ ਉਹ ਇੰਗਲਿਸ਼ ਵਿੱਚ ਨਹੀਂ ਸਿਖਾਇਆ ਗਿਆ, ਪਰ ਇਹ ਸਿਖਾਇਆ ਗਿਆ ਸਾਨੂੰ। ਗੁਰੂ ਮਹਾਰਾਜ ਨੇ ਸਾਡੇ ਨੇ ਉਹ ਢਾਂਚਾ ਸਾਨੂੰ ਦਿੱਤਾ। ਅਗਲੀ ਗੱਲ ਜੋ ਹੈ ਉਹ ਇਹਨਾਂ ਦੇ ਵਿੱਚੋਂ ਹੀ ਨਿਕਲ ਕੇ ਆਉਂਦੀ ਹੈ, ਅਤੇ ਉਹ ਆਉਂਦੀ ਹੈ ਕਲੈਕਟਿਵ ਕੌਨਸ਼ੀਅਸਨੈਸ ਦੀ। ਕਲੈਕਟਿਵ ਕੌਨਸ਼ੀਅਸਨੈਸ ਕੀ ਹੁੰਦੀ ਹੈ? ਇਹ ਆਪਾਂ ਪਹਿਲਾਂ ਵੀ ਇਹਦੇ ਉੱਤੇ ਗੱਲ ਕਰ ਚੁੱਕੇ ਕਿ ਗੁਰੂ ਮਹਾਰਾਜ ਨੇ ਇੱਕ ਪਰਿਵਾਰ ਖੜਾ ਕੀਤਾ। ਸਿੱਖਾਂ ਦਾ ਇੱਕ ਪਰਿਵਾਰ ਹੈ। ਸਿੱਖ ਇੱਕ ਇਕੱਲੀ ਕਮਿਊਨਿਟੀ ਜੀ ਗੱਲ ਕਹਿ ਕੇ ਆਪਾਂ ਛੋਟਾ ਜਿਹਾ ਕਰ ਦਈਏ ਇਹਨੂੰ, ਤਾਂ ਇਹ ਕੋਈ ਗੱਲ ਬਣਦੀ ਨਹੀਂ। ਸਿੱਖੀ ਇੱਕ ਪਰਿਵਾਰ ਹੈ, ਉਸ ਪਰਿਵਾਰ ਦੀ ਇੱਕ ਕਲੈਕਟਿਵ ਕੌਨਸ਼ੀਅਸਨੈਸ ਹੈ। ਕੀ ਕੌਨਸ਼ੀਅਸਨੈਸ ਹੈ? ਦੇਖੋ, ਜਦੋਂ ਉਹ 22 ਜਗ੍ਹਾ ਦੇ ਉੱਤੇ ਜਾ ਕੇ, ਹੁਣ ਉਹਨਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਕਿਉਂਕਿ ਸਾਡੀ ਇੱਥੇ ਗੁਰੂ ਮਹਾਰਾਜ ਦੀ ਹੁਕਮ ਦੇ ਨਾਲ ਕੋਈ ਆਇਆ ਹੋਇਆ ਜਿਹਨੇ ਸਾਡੇ ਨਾਲ ਗੱਲ ਕਰਨੀ ਹੈ, ਉਹ ਗੁਰੂ ਮਹਾਰਾਜ ਦੇ ਹੁਕਮ ਦੇ ਨੂੰ ਮੰਨਦੇ ਹੋਏ ਔਰ ਬਕਾਇਦਾ ਗੁਰੂ ਮਹਾਰਾਜ ਦਾ ਸੁਨੇਹਾ ਸੁਣਨ ਦੇ ਲਈ, ਉਹਨਾਂ ਦਾ ਜਿਹੜਾ ਨਾਮ ਹੈ ਉਹ ਸੁਣਨ ਦੇ ਲਈ ਉਹ ਬਕਾਇਦਾ ਉੱਥੇ ਜਾਂਦੇ ਨੇ। ਔਰ ਉੱਥੇ ਜਾ ਕੇ ਜਦੋਂ ਇਹ ਗੱਲ, ਉਹਨਾਂ ਦੀ ਗੱਲ ਚੱਲ ਰਹੀ ਹੈ, ਜਦੋਂ ਉਹ ਗੱਲ ਬਣ ਰਹੀ ਹੈ, ਤਾਂ ਉਹਨਾਂ ਨੂੰ ਆਪਣਾ ਪਤਾ ਕਿ ਅਸੀਂ ਉਹਦੇ ਵਿੱਚੋਂ ਦਸਵੰਧ ਵੀ ਦੇਣਾ ਜਾਂ ਜੋ ਵੀ ਉਹਨਾਂ ਦਾ, ਕਿਉਂਕਿ ਉਸ ਸਮੇਂ ਤੱਕ ਹਜੇ ਦਸਵੰਧ ਨਹੀਂ ਲਾਗੂ ਹੋਇਆ, ਪਰ ਜੋ ਵੀ ਉਹਨਾਂ ਨੇ ਭੇਟਾ ਦੇਣੀ, ਉਹਨਾਂ ਨੂੰ ਪਤਾ ਹੈ ਕਿ ਅਸੀਂ ਭੇਟਾ ਦੇਣੀ ਹੈ। ਉਸ ਭੇਟਾ ਦੇ ਵਿੱਚੋਂ ਗੁਰੂ ਕੇ ਲੰਗਰ ਤਿਆਰ ਹੋਣੇ ਆ, ਔਰ ਗੁਰੂ ਕਾ ਲੰਗਰ ਛਕਣ ਦੇ ਲਈ ਨਾ ਸਿਰਫ ਅਸੀਂ ਜਿਹੜੇ ਗਏ ਆ ਉਹ ਖਾ ਕੇ ਆਵਾਂਗੇ, ਬਲਕਿ ਹੋ ਸਕਦਾ ਕੋਈ ਐਸਾ ਬੰਦਾ ਵੀ ਜਾਵੇ ਜਿਹਦੇ ਕੋਲ ਕੁਛ ਦੇਣ ਨੂੰ ਹੋਵੇ ਨਾ, ਔਰ ਉਹਨੇ ਕੁਛ ਨਾ ਦਿੱਤਾ ਹੋਵੇ, ਉਹਨੇ ਵੀ ਛੱਕ ਕੇ ਜਾਣਾ। ਅਤੇ ਹੋ ਸਕਦਾ ਕੋਈ ਐਸਾ ਲੋੜਵੰਦ ਕੋਈ ਰਾਹੀ ਆ ਜਿਹਨੂੰ ਪਤਾ ਵੀ ਨਹੀਂ ਕਿ ਇਹ ਲੋਕ ਕਿਉਂ ਲੰਗਰ ਲਾ ਕੇ ਬੈਠੇ ਆ, ਉਹਨਾਂ ਨੇ ਵੀ ਛੱਕ ਕੇ ਜਾਣਾ। ਸੋ ਇੱਕ ਕਲੈਕਟਿਵ ਕੌਨਸ਼ੀਅਸਨੈਸ ਹੈ, ਅਸੀਂ ਇੱਕ ਦੂਸਰੇ ਵਾਸਤੇ ਰਿਸਪੋਂਸੀਬਲ ਹੋ ਗਏ। ਗੁਰੂ ਨੇ ਸਾਨੂੰ ਇੱਕ ਦੂਸਰੇ ਦੇ ਲਈ ਰਿਸਪੋਂਸੀਬਿਲਿਟੀ ਦਾ ਅਹਿਸਾਸ ਦਿਵਾ ਦਿੱਤਾ। ਇੱਕ ਛੋਟਾ ਜਿਹਾ ਐਕਸਪੈਰੀਮੈਂਟ ਆਪਣੇ ਆਪ ਨਾਲ ਕਰਿਓ ਜੀ। ਤੁਸੀਂ ਕਿਸ ਜਥੇ ਨੂੰ ਮੰਨਦੇ ਹੋ? ਕਿਸੇ ਜਥੇਬੰਦੀ ਨਾਲ ਅਟੈਚਡ ਹੋ, ਕਿਸੇ ਪਾਰਟੀ ਨਾਲ ਅਟੈਚਡ ਹੋ? ਇਸਨੂੰ 1 ਮਿੰਟ ਲਈ ਆਪਾਂ ਸਾਈਡ 'ਤੇ ਰੱਖ ਦਈਏ। ਸਾਨੂੰ ਪਤਾ ਲੱਗਦਾ ਹੈ ਕਿ ਅਮਰੀਕਾ ਦੇ ਕਿਸੇ ਇੱਕ ਜਗ੍ਹਾ ਦੇ ਉੱਤੇ ਕਿਸੇ ਸਿੱਖ ਆਦਮੀ ਨੂੰ ਜਾਂ ਔਰਤ ਨੂੰ ਜੋ ਹੈ ਉਹ ਗੋਲੀ ਮਾਰ ਦਿੱਤੀ ਗਈ ਆ, ਉਹਨਾਂ ਦੀ ਡੈਥ ਹੋ ਗਈ। ਮੈਂ ਸੰਦੀਪ ਸਿੰਘ ਧਾਲੀਵਾਲ ਦੀ ਗੱਲ ਕਰ ਰਹੀ ਹਾਂ। ਉਹਨਾਂ ਦਾ ਉੱਥੇ ਮੌਤ ਹੋ ਜਾਂਦੀ ਹੈ। ਇਹ ਮੌਤ ਪੂਰੇ ਦੁਨੀਆ ਦੇ ਸਿੱਖਾਂ ਨੂੰ ਕਿਉਂ ਹਿਲਾ ਦਿੰਦੀ ਹੈ? ਮੈਂ ਸੰਦੀਪ ਸਿੰਘ ਧਾਲੀਵਾਲ ਨੂੰ ਜਾਣਦੀ ਹਾਂ? ਨਹੀਂ। ਕੋਈ ਹੋਰ ਜਾਣਦਾ ਸੀ? ਨਹੀਂ। ਜਿਨ੍ਹਾਂ ਦੇ ਉਹ ਰਿਸ਼ਤੇਦਾਰ ਹੋਣਗੇ ਉਹਨਾਂ ਨੂੰ ਤਾਂ ਦੁੱਖ ਹੋਣਾ ਹੀ ਹੋਣਾ ਸੀ। ਮੈਨੂੰ ਕਿਉਂ ਦੁੱਖ ਹੁੰਦਾ? ਇਸ ਗੱਲ ਨੂੰ ਵੀ ਇੱਕ ਪਾਸੇ ਛੱਡ ਦਈਏ। ਪਿੱਛੇ ਜੇ ਦਿੱਲੀ ਦੇ ਵਿੱਚ 2 ਪਿਓ ਪੁੱਤ ਦੇ ਉੱਤੇ ਬਹੁਤ ਅੰਨਾ ਤਸ਼ੱਦਦ ਕੀਤਾ ਗਿਆ ਸੀ, ਔਰ ਉਹ
ਸਾਡਾ ਸਾਰਾ ਹੀ ਜਿਹੜਾ ਇੱਕ ਸਿੱਖ ਨੇਸ਼ਨ ਹੈ ਉਹ ਸਾਰਾ ਹੀ ਇਕੱਠਾ ਹੋ ਕੇ ਉਹਨਾਂ ਦਾ ਦਿਲ ਕਿਉਂ ਭਰ ਆਇਆ? ਸਾਡੇ ਉਹ ਕੀ ਲੱਗਦੇ ਸੀ? ਕਿਆ ਅਸੀਂ ਉਹਨਾਂ ਨੂੰ ਕਦੀ ਵੇਖਿਆ ਸੀ? ਨਹੀਂ ਦੇਖਿਆ। ਕਦੀ ਅਸੀਂ ਦੁਬਾਰਾ ਮਿਲਾਂਗੇ? ਨਹੀਂ ਮਿਲਾਂਗੇ। ਸ਼ਾਇਦ ਮਿਲ ਵੀ ਲਈਏ ਪਰ ਸ਼ਾਇਦ ਨਹੀਂ ਵੀ ਮਿਲੀਏ, ਸ਼ਾਇਦ ਅਸੀਂ ਉਹਨਾਂ ਨੂੰ ਕਦੀ ਦੁਬਾਰਾ ਦੇਖੀਏ ਵੀ ਨਾ। ਪਰ ਸਾਡੇ ਦਿਲਾਂ ਦੇ ਵਿੱਚ ਇੱਕ ਦੂਸਰੇ ਨੂੰ ਲੈ ਕੇ ਉਹ ਤੜਫ ਕਿਉਂ ਆਈ? ਅਸੀਂ ਕਿਉਂ ਨਹੀਂ ਉਹਨੂੰ ਪੁੱਛਿਆ ਕਿ ਤੂੰ ਕਿਹਨੂੰ ਮੰਨਦਾ? ਪਹਿਲਾਂ ਤਾਂ ਇਹ ਦੱਸ, ਤੂੰ ਕਿਹੜੇ ਡੇਰੇ 'ਤੇ ਜਾਣਾ ਜਾਂ ਕਿਹੜੇ ਅਸੀਂ ਕਿੱਥੋਂ ਪਹਿਚਾਣ ਲਿਆ? ਸਿਰਫ ਉਹਨਾਂ ਨੇ ਪੱਗ ਬੰਨੀ ਹੋਈ ਸੀ ਔਰ ਗੁਰੂ ਮਹਾਰਾਜ ਦੇ ਬਖਸ਼ੇ ਹੋਏ ਕਕਾਰ ਉਹਨਾਂ ਦੇ ਕੋਲ ਸੀ। ਔਰ ਸਾਨੂੰ ਇਹ ਸਮਝ ਲੱਗ ਗਈ ਕਿ ਇਹ ਸਾਡੀ ਪਰਿਵਾਰ ਦਾ ਹਿੱਸਾ ਹੈ ਔਰ ਸਾਡੇ ਅੰਦਰੋਂ ਜਿਹੜੀ ਟੀਸ ਨਿਕਲੀ ਹੈ ਉਹ ਓਨੀ ਹੀ ਜ਼ੋਰਦਾਰ ਟੀਸ ਨਿਕਲੀ ਜਿੰਨੀ ਸਾਨੂੰ ਸਾਡੇ ਸਕੇ ਭਰਾ ਜਾਂ ਸਕੇ ਆਪਣੇ ਰਿਸ਼ਤੇਦਾਰ, ਕਿਸੇ ਵੀ ਰਿਸ਼ਤੇਦਾਰ, ਚਾਚੇ ਤਾਏ, ਮਾਮੇ ਮਾਸੀਆਂ, ਮਾਂ ਬਾਪ, ਕਿਸੇ ਵਾਸਤੇ ਵੀ ਜਿਸ ਤਰ੍ਹਾਂ ਦੀ ਪੀੜ ਆਉਂਦੀ ਸਾਨੂੰ ਉਸੇ ਤਰ੍ਹਾਂ ਦੀ ਹੀ ਪੀੜ ਆਉਂਦੀ ਆ ਇੱਕ ਦੂਸਰੇ ਨੂੰ ਵੇਖ ਕੇ ਜਦੋਂ ਅਸੀਂ ਕਿਸੇ ਪਰੇਸ਼ਾਨੀ 'ਚ ਹੁੰਦੇ ਹਾਂ। ਇਹ ਗੱਲ ਵੱਖਰੀ ਹੈ ਕਿ ਜਦੋਂ ਅਸੀਂ ਇੱਕ ਦੂਸਰੇ ਦੇ ਨਾਲ ਗੱਲ ਕਰਨ ਜਾਈਏ ਨਾ ਤਾਂ ਫਿਰ ਸਾਡੀ ਕਦੀ ਸਾਡਾ ਕੋਈ ਮੈਚ ਹੀ ਨਹੀਂ ਹੁੰਦਾ, ਫਿਰ ਅਸੀਂ ਲੜਦੇ ਵੀ ਬਹੁਤ ਹਾਂ। ਪਰ ਜਦੋਂ ਉਹੀ ਬੰਦਾ ਜਿਹੜਾ ਕਿਸੇ ਇੱਕ ਹੋਰ ਸਟੇਟ ਦੇ ਵਿੱਚ ਹੋਵੇ, ਕਿਤੇ ਹੋਰ ਜਾ ਕੇ ਉਸ ਨਾਲ ਕੋਈ ਧੱਕਾ ਹੋ ਰਿਹਾ, ਸਾਡੇ ਦਿਲ ਕਿਉਂ ਪਸੀਜ ਜਾਂਦੇ ਆ? ਕਿਉਂਕਿ ਗੁਰੂ ਮਹਾਰਾਜ ਨੇ ਸਾਡੀ ਇੱਕ ਕਲੈਕਟਿਵ ਕੌਨਸ਼ੀਅਸਨੈਸ ਖੜੀ ਕੀਤੀ ਹੈ। ਸਾਨੂੰ ਉਹਨਾਂ ਨੇ ਇੱਕ ਪਰਿਵਾਰ ਦੇ ਵਿੱਚ ਬੰਨ੍ਹਿਆ, ਇੱਕ ਪਰਿਵਾਰ ਦੇ ਵਿੱਚ ਪਰੋਇਆ। ਉਸ ਪਰਿਵਾਰ ਦੇ ਕਰਕੇ, ਕਿਉਂਕਿ ਮੈਂ ਚਾਹੇ ਆਪਣੇ ਕਿਸੇ ਭਾਈ ਨੂੰ ਜੋ ਮੇਘਾਲਿਆ ਦੇ ਵਿੱਚ ਰਹਿ ਰਿਹਾ ਹੋਵੇ ਉਹਨੂੰ ਕਦੀ ਵੇਖਿਆ ਵੀ ਨਾ ਹੋਏ, ਪਰ ਮੇਰੇ ਲਈ ਮੈਂ ਆਪਣੇ ਆਪ ਨੂੰ ਉਹਦੇ ਲਈ ਰਿਸਪੋਂਸੀਬਲ ਮੰਨਦੀ ਹਾਂ। ਤੁਸੀਂ ਮੈਨੂੰ ਜਾਣਦੇ ਵੀ ਨਾ ਹੋ ਪਰ ਕੱਲ੍ਹ ਨੂੰ ਅਗਰ ਮੈਨੂੰ ਕਿਤੇ ਕੋਈ ਪ੍ਰੋਬਲਮ ਹੁੰਦੀ ਆ, ਤੁਹਾਡੇ ਦਿਲ ਮੇਰੇ ਕਰਕੇ ਰੋਣਗੇ। ਕਿਉਂਕਿ ਤੁਸੀਂ ਮੇਰੇ ਲਈ ਆਪਣੇ ਆਪ ਨੂੰ ਰਿਸਪੋਂਸੀਬਲ ਸਮਝਦੇ ਹੋ, ਕਿਉਂਕਿ ਸਾਡੇ ਗੁਰੂ ਨੇ ਸਾਨੂੰ ਇਹ ਸਟਰਕਚਰ ਬਣਾ ਕੇ ਦਿੱਤਾ, ਸਾਨੂੰ ਇਹ ਢਾਂਚਾ ਖੜਾ ਕਰਕੇ ਦਿੱਤਾ। ਸੋ ਇਹ ਜਿਹੜਾ ਮੰਜੀ ਸਿਸਟਮ ਹੈ ਇਹਦੇ ਵਿੱਚੋਂ ਇਹ ਢਾਂਚਾ ਜਿਹੜਾ ਜ਼ਿਆਦਾ ਉੱਭਰ ਕੇ ਆਉਂਦਾ। ਕਿਉਂਕਿ ਉਸ ਤੋਂ ਪਹਿਲਾਂ ਕੀ ਹੈ ਕਿ ਜਦੋਂ ਵੀ ਕਿਸੇ ਸਿੱਖ ਨੇ ਮਿਲਣਾ ਹੈ ਤਾਂ ਉਹਨੇ ਆਪਣੇ ਗੁਰੂ ਵੱਲ ਉਹਨੂੰ ਖਿੱਚਿਆ, ਉਹਨੇ ਆਪਣੇ ਗੁਰੂ ਕੋਲ ਜਾਣਾ ਤਾਂ ਉਹ ਗੋਇੰਦਵਾਲ ਸਾਹਿਬ ਆਉਂਦੇ ਆ, ਉੱਥੇ ਆ ਕੇ ਉਹਨਾਂ ਨੇ ਗੁਰੂ ਪਾਤਸ਼ਾਹ ਨੂੰ ਮਿਲਣਾ। ਪਰ ਹੁਣ ਇਸ ਟਾਈਮ 'ਤੇ ਹੋ ਕੀ ਰਿਹਾ ਕਿ ਜੋ ਮੰਜੀਆਂ ਇਸਟੈਬਲਿਸ਼ ਹੋਈਆਂ, ਜੋ ਉੱਥੇ ਜਾ ਕੇ ਗੁਰੂ ਦਾ ਪੈਗਾਮ ਸੁਣ ਰਹੇ ਨੇ, ਜੋ ਸੁਣਾ ਰਹੇ ਨੇ, ਜੋ ਮੰਜੀ, ਕਿਉਂਕਿ ਮੰਜੀ ਇੱਕ ਕੋਟ ਵਾਂਗੂ ਹੁੰਦੀ ਥੋੜ੍ਹੀ ਜਿਹੀ ਉੱਪਰ, ਤਾਂ ਉੱਥੇ ਬੈਠ ਕੇ ਜਦੋਂ ਗੁਰੂ ਦਾ ਜਿਹੜਾ ਸੁਨੇਹਾ ਹੈ ਉਹ ਸੁਣਾ ਰਹੇ ਨੇ ਤਾਂ ਉਹਦੇ ਨਾਲ ਉਹ ਆਪਣੀ ਕਿਰਤ ਕਮਾਈ ਦੇ ਵਿੱਚੋਂ ਉੱਥੇ ਭੇਟਾ ਵੀ ਦੇ ਰਹੇ ਨੇ। ਫਿਰ ਉਹ ਲੰਗਰ ਵੀ ਲੱਗ ਰਿਹਾ, ਉਸੇ ਪੰਗਤ ਦੇ ਵਿੱਚ ਬੈਠ ਕੇ ਇੱਕ ਪਰਿਵਾਰ ਵਾਂਗੂ ਲੰਗਰ ਵੀ ਛਕ ਰਹੇ ਨੇ। ਇੱਕ ਸਿੱਖਾਂ ਦਾ ਇੱਕ ਛੋਟਾ ਜਿਹਾ ਪਰਿਵਾਰ ਜਿਹੜਾ ਹੈ ਉਹ ਕਸ਼ਮੀਰ 'ਚ ਵੀ ਬਣ ਗਿਆ, ਉਹ ਸਿੰਧ ਵਿੱਚ ਵੀ ਬਣ ਗਿਆ, ਉਹ ਦੁਆਬੇ ਵਿੱਚ ਵੀ ਬਣ ਗਿਆ, ਉਹ ਅੰਮ੍ਰਿਤਸਰ ਵਿੱਚ ਵੀ ਬਣ ਗਿਆ। ਔਰ ਫਾਈਨਲੀ ਜਦੋਂ ਕਿਤੇ ਉਹ ਇਕੱਠੇ ਹੋ ਕੇ ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਗੋਇੰਦਵਾਲ ਸਾਹਿਬ ਜਾਂਦੇ ਹੋਣਗੇ ਤਾਂ ਉਹ ਪੂਰਾ ਪਰਿਵਾਰ, ਜਿੱਦਾਂ ਆਪਾਂ ਕਿਸੇ ਵਿਆਹ 'ਤੇ ਜਾਈਏ ਅਤੇ ਚਾਚੇ ਵੀ ਆ ਗਏ, ਉਹ ਮਾਮੇ ਵੀ ਆ ਗਏ, ਉਹ ਤਾਏ ਵੀ ਆ ਗਏ, ਉਹ ਉਸ ਤਰੀਕੇ ਨਾਲ ਆ ਕੇ ਫਿਰ ਉੱਥੇ ਇਕੱਠੇ ਹੋ ਜਾਂਦੇ ਹੋਣਗੇ। ਜਰਾ ਆਪਣੀ ਜਿਹੜੀ ਕੌਨਸ਼ੀਅਸ ਹੈ ਉਹਨੂੰ ਉਸ ਲੈਵਲ ਦੇ ਉੱਤੇ, ਉਸ ਜਗ੍ਹਾ ਦੇ ਉੱਤੇ ਲੈ ਕੇ ਜਾ ਕੇ ਦੇਖਿਓ ਕਿ ਕਿੱਦਾਂ ਦਾ ਮੰਜ਼ਰ ਹੁੰਦਾ ਹੋਊਗਾ। ਔਰ ਫਿਰ ਹੌਲੀ ਕਰਦਿਆਂ ਸਾਡੀ ਇਹ ਇੰਨੀ ਜ਼ਿਆਦਾ ਰਿਹਰਸਲ ਹੋ ਗਈ ਇਸ ਚੀਜ਼ ਦੀ ਕਿ ਅੱਜ ਚਾਹੇ ਸਾਡੇ ਵਿੱਚ ਵੰਡੀਆਂ ਪਈਆਂ ਨੇ, ਚਾਹੇ ਸਾਡੇ ਵਿੱਚ ਲੜਾਈਆਂ ਪਈਆਂ ਨੇ, ਪਰ ਉਹ ਕੌਨਸ਼ੀਅਸਨੈਸ ਕਿਤੇ ਨਾ ਕਿਤੇ ਅੱਜ ਵੀ ਜ਼ਿੰਦੀ ਹੈ। ਅੱਜ ਵੀ ਉਹ ਕੌਨਸ਼ੀਅਸਨੈਸ ਜੀਂਦੀ ਹੈ। ਉਹ ਕੌਨਸ਼ੀਅਸਨੈਸ ਮਰੀ ਨਹੀਂ, ਮਰਨੀ ਵੀ ਨਹੀਂ, ਕਿਉਂਕਿ ਉਹ ਕੌਨਸ਼ੀਅਸਨੈਸ ਗੁਰੂ ਨਾਨਕ ਨੇ ਸਾਨੂੰ ਬਖਸ਼ੀ ਹੈ। ਅਗਲੀ ਗੱਲ ਜੋ ਹੈ, ਜੋ ਇੰਪੋਰਟੈਂਟ ਹੈ, ਮੇਰੇ ਕੋਲ ਸਮਾਂ ਘੱਟ ਹੈ ਪਰ ਮੈਂ ਇਹ ਗੱਲ ਖ਼ਤਮ ਕਰੂੰਗੀ ਆਪਣਾ ਅੱਜ ਦੀਆਂ ਬੇਨਤੀਆਂ ਪੂਰੀਆਂ ਕਰਨ ਤੋਂ ਪਹਿਲਾਂ। ਜੋ ਅਗਲੀ ਗੱਲ ਹੈ ਉਹ ਹੈ ਲੀਡਰਸ਼ਿਪ ਦੀ। ਸਾਨੂੰ ਗੁਰੂ ਪਾਤਸ਼ਾਹ ਇਸ ਮੰਜੀ ਸਿਸਟਮ ਦੇ ਵਿੱਚੋਂ ਇੱਕ ਲੀਡਰਸ਼ਿਪ ਦੀ ਭਾਵਨਾ ਵੀ ਦਿੰਦੇ ਨੇ, ਕਿਉਂਕਿ ਉਹ ਜੋ ਆਮ ਲੋਕ ਨੇ ਉਹਨਾਂ ਦੇ ਵਿੱਚੋਂ, ਜਿੱਦਾਂ ਆਪਾਂ ਗੱਲ ਕਰ ਲਈ, ਜੋ ਮੈਂ ਜਿਹਨੂੰ ਅੱਲਾ ਸ਼ਾਹ ਵੀ ਕਹਿੰਦੇ ਨੇ, ਅੱਲਾ ਯਾਰ ਵੀ ਨਾਮ, ਅੱਲਾ ਸ਼ਾਹ ਵੀ ਉਹਨਾਂ ਨੂੰ ਕਹਿੰਦੇ, ਜੋ ਫਸਟ ਮੰਜੀ ਹੈ ਉਹ ਬਕਾਇਦਾ ਇੱਕ ਪਠਾਨ ਟਰੇਡਰ ਹੈ। ਹੁਣ ਉਸ ਨੂੰ ਲੀਡਰਸ਼ਿਪ ਦੇ ਨਾਲ ਉਹਦਾ ਕੀ ਲੈਣਾ ਦੇਣਾ? ਉਹ ਪਠਾਨ ਹੈ, ਟਰੇਡਰ ਹੈ, ਬਸ ਆਉਂਦਾ ਜਾਂਦਾ ਆਪਣਾ ਕੰਮ ਕਰਦਾ। ਫਿਰ ਭਾਈ ਫੇਰਾ ਜਿਹੜੇ ਨੇ ਉਹ ਜੋਗੀਆਂ ਦੇ ਵਿੱਚੋਂ ਨਿਕਲੇ ਨੇ, ਉਹ ਜੋਗੀ ਸੀ ਪਹਿਲਾਂ, ਉਸ ਤੋਂ ਬਾਅਦ ਉਹ ਗੁਰੂ ਨਾਨਕ ਦੇ ਘਰ ਦੇ ਨਾਲ ਜਦੋਂ ਲੱਗਦੇ ਨੇ ਉਹ ਫਿਰ ਸਿੱਖ ਹੋ ਜਾਂਦੇ ਨੇ। ਤਾਂ ਉਹਨਾਂ ਦਾ ਵੀ ਕੋਈ ਐਸੀ ਟ੍ਰੇਨਿੰਗ ਤਾਂ ਹੈ ਨਹੀਂ। ਇਸ ਤਰੀਕੇ ਨਾਲ ਹਰ ਕੋਈ ਜੱਟ ਹੈ, ਕੋਈ ਕਿਸੇ ਜਾਤ ਦਾ, ਕੋਈ ਕਿਸੇ ਜਾਤ ਦਾ, ਪਰ ਜਦੋਂ ਗੁਰੂ ਨਾਨਕ ਦੇ ਘਰ ਦੇ ਵਿੱਚ ਆ ਜਾਂਦੇ ਨੇ ਉਹ ਜਾਤਾਂ ਪਾਤਾਂ ਉਹਨਾਂ ਦੀਆਂ ਖਤਮ ਹੋ ਜਾਂਦੀਆਂ ਔਰ ਉਹ ਸਿਰਫ ਗੁਰੂ ਦੇ ਸਿੱਖ ਹੋ ਜਾਂਦੇ ਨੇ। ਪਰ ਇਸ ਦੇ ਨਾਲ ਜਿਹੜੀ ਇੱਕ ਗੱਲ ਇਹ ਹੈ ਕਿ ਉਹ ਰॉ ਮਟੀਰੀਅਲ ਸੀ, ਉਹਨਾਂ ਕੋਲ ਕੋਈ ਐਸਾ ਸਿਸਟਮ ਨਹੀਂ ਸੀਗਾ ਜਿਹਦੇ ਵਿੱਚ ਉਹਨਾਂ ਦੀ ਲੀਡਰਸ਼ਿਪ ਦੀ ਭਾਵਨਾ ਖੜੀ ਕੀਤੀ ਜਾ ਸਕਦੀ। ਮੰਜੀ ਸਿਸਟਮ ਨੇ ਉਹਨਾਂ ਦੀ ਲੀਡਰਸ਼ਿਪ ਦੀ ਭਾਵਨਾ ਖੜੀ ਕੀਤੀ, ਕਿਉਂਕਿ ਅੱਜ ਵੀ ਜਦੋਂ ਆਪਾਂ ਦੇਖਦੇ ਹਾਂ ਇਹੀ ਕਾਰਨ ਹੈ ਸਾਡੇ ਜਿਹੜੇ ਅਸੀਂ ਸਾਰੇ ਹੀ VIP ਬਣ ਜਾਂਦੇ ਹਾਂ ਨਾ। ਮੈਨੂੰ ਲੱਗਦਾ ਮੇਰੇ ਤੋਂ ਵੱਡਾ ਗਿਆਨੀ ਕੋਈ ਨਹੀਂ, ਕਿਸੇ ਨੂੰ ਲੱਗਦਾ ਕਿ ਇਸ ਤੋਂ ਵੱਡਾ, ਕਿਉਂਕਿ ਅਸੀਂ ਸਾਰਿਆਂ ਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਹੀ ਗੁਰੂ ਨੇ ਤਿਆਰ ਕੀਤਾ ਔਰ ਅਸੀਂ ਆਪਣਾ ਅੰਕਲਨ ਨਹੀਂ ਕਰਦੇ। ਇਹ ਗੱਲ ਉਹ ਸਾਡੀ ਪ੍ਰੋਬਲਮ ਆ।
ਗੁਰੂ ਨੇ ਜੋ ਲੀਡਰਸ਼ਿਪ ਦੀ ਭਾਵਨਾ ਸਾਡੇ ਵਿੱਚ ਪਾਈ ਹੈ ਉਹ ਇਸੇ ਮੰਜੀ ਸਿਸਟਮ ਦੇ ਵਿੱਚੋਂ ਅਗਰ ਆਪਾਂ ਦੇਖੀਏ ਤਾਂ ਨਿਕਲ ਕੇ ਆਉਂਦੀ ਹੈ, ਕਿਉਂਕਿ ਉਸ ਤੋਂ ਪਹਿਲਾਂ ਤੱਕ ਸਾਰਾ ਕੰਮ ਜੋ ਹੈ ਗੁਰੂ ਮਹਾਰਾਜ ਦੀ ਦੇਖ ਰੇਖ ਵਿੱਚ ਹੋ ਰਿਹਾ, ਹੁਣ ਵੀ ਗੁਰੂ ਮਹਾਰਾਜ ਦੀ ਦੇਖ ਰੇਖ ਦੇ ਵਿੱਚ ਹੀ ਰਿਹਾ। ਪਰ ਜਿਹੜੇ ਮੰਜੀਆਂ ਜਿੱਥੇ ਇਸਟੈਬਲਿਸ਼ ਹੋ ਗਈਆਂ ਉੱਥੇ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਆਪ ਚੱਲ ਰਹੀ ਹੈ। ਚੱਲ ਹੁਕਮ ਗੁਰੂ ਦਾ ਚੱਲ ਰਿਹਾ ਪਰ ਉਹ ਕਰ ਆਪ ਰਹੇ ਨੇ। ਸੰਗਤ ਨੂੰ ਉਹ ਆਪ ਸੰਬੋਧਨ ਹੋ ਰਹੇ ਨੇ, ਲੰਗਰ ਦੀ ਤਿਆਰੀ ਉਹ ਆਪ ਕਰ ਰਹੇ ਨੇ, ਲੰਗਰ ਵਰਤਾਇਆ ਉਹਨਾਂ ਦੇ ਉਹ ਆਪ ਕਰ ਰਹੇ ਨੇ, ਆਪ ਸਾਰਾ ਕੁਛ ਕਰ ਰਹੇ ਨੇ, ਦੇਖ ਰੇਖ ਆਪ ਕਰ ਰਹੇ ਨੇ। ਸੋ ਉਹ ਬੇਸਿਕਲੀ ਲੀਡਰਸ਼ਿਪ ਦੀ ਭਾਵਨਾ ਜਿਹੜੀ ਹੈ ਉਹ ਤਿਆਰ ਹੋ ਗਈ। ਇਹਦੇ ਨਾਲ ਨਾਲ ਜਦੋਂ ਲੀਡਰਸ਼ਿਪ ਬਣ ਜੂਗੀ ਨਾ ਤਾਂ ਖੁਦ ਮੁਖਤਿਆਰੀ ਦੀ ਗੱਲ ਵੀ ਆ ਜਾਊਗੀ, ਕਿਉਂਕਿ ਉਦੋਂ ਉਹ ਲੋਕ ਸਾਰੇ ਖੁਦ ਮੁਖਤਿਆਰ ਹੋ ਗਏ ਕਿ ਅਸੀਂ ਆਪਣਾ ਫੈਸਲਾ ਲੈ ਸਕਦੇ ਹਾਂ। ਉਹ ਜਿਹੜੇ ਲੋਕ ਜਿਹੜੇ ਸਿਰਫ ਆਪਣੇ ਘਰਾਂ ਦੇ ਵਿੱਚ ਬੈਠੇ ਸਿਰਫ ਆਪਣੀ ਜੀਵਨ ਸਿਰਫ ਜੋ ਵੀ ਉਹਨਾਂ ਦੇ ਇੱਕ ਕਰਮ ਸੀ ਜਾਂ ਉਹਨਾਂ ਦੀ ਇੱਕ ਜੋ ਕਿਰਤ ਕਮਾਈ ਸੀ ਉਹੀ ਕਰ ਸਕਦੇ ਸੀਗੇ, ਉਹਨਾਂ ਨੂੰ ਬਕਾਇਦਾ ਇੱਕ ਪੂਰੀ ਕਮਿਊਨਿਟੀ ਨੂੰ ਆਪਣੇ ਨਾਲ ਲੈ ਕੇ ਤੁਰਨ ਦੇ ਲਈ ਗੁਰੂ ਮਹਾਰਾਜ ਤਿਆਰ ਕਰ ਰਹੇ ਨੇ ਔਰ ਤਿਆਰ ਕਰ ਵੀ ਦਿੱਤਾ। ਇਹ ਸਾਰੀਆਂ ਹੀ ਤਿਆਰੀਆਂ ਨੂੰ ਜਦੋਂ ਆਪਾਂ 10ਵੇਂ ਪਾਤਸ਼ਾਹ ਤੱਕ ਪਹੁੰਚਾਂਗੇ ਸਾਨੂੰ ਸਮਝ ਆਊਗੀ ਕਿ ਇਹ ਜਿਹੜੀਆਂ ਤਿਆਰੀਆਂ ਸਾਡੀਆਂ ਕੀਤੀਆਂ ਗਈਆਂ, ਗੁਰੂ ਪਾਤਸ਼ਾਹ ਨੇ ਤਿਆਰੀਆਂ ਸਾਡੀਆਂ ਕਰਵਾਈਆਂ, ਉਹ ਕਿਸ ਤਰੀਕੇ ਨਾਲ ਖਾਲਸੇ ਦਾ ਰੂਪ ਲੈ ਲੈਂਦੀਆਂ ਨੇ। ਸੋ ਅੱਜ ਦੀਆਂ ਮੇਰੀਆਂ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ, ਗੱਲਾਂ ਹੋਰ ਵੀ ਬਹੁਤ ਨੇ ਜੋ ਕਿ ਆਪਾਂ ਅੱਗੇ ਕੰਟੀਨਿਊ ਕਰਾਂਗੇ, ਕਿਉਂਕਿ ਜਦੋਂ ਆਪਾਂ ਪੀੜੇ ਸਿਸਟਮ ਦੀ ਗੱਲ ਕਰਨੀ ਹੈ ਤਾਂ ਉਹਦੇ ਵਿੱਚ ਸਾਨੂੰ ਇਹਨਾਂ ਬਾਰੇ ਹੋਰ ਸਾਨੂੰ ਇਲੈਬੋਰੇਟ ਕਰਨਾ ਪਊਗਾ। ਸੋ ਅੱਜ ਦੀਆਂ ਇੰਨੀਆਂ ਕੀ ਮੇਰੀਆਂ ਬੇਨਤੀਆਂ ਪ੍ਰਵਾਨ ਕਰਨਾ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਪਰ ਇਹ ਆਪਾਂ ਸਮਝੀਏ ਜ਼ਰੂਰ ਕਿ ਗੁਰੂ ਮਹਾਰਾਜ ਨੇ ਕੋਈ ਵੀ ਕੰਮ ਜੋ ਵੀ ਉਹਨਾਂ ਨੇ ਕੀਤਾ, ਜੋ ਵੀ ਉਹਨਾਂ ਨੇ ਗੁਰੂ ਪੀਰੀਅਡ ਦੇ ਵਿੱਚ ਜੋ ਕੁਛ ਵੀ ਹੋਇਆ ਹੈ, ਉਹ ਕੋਈ ਵੀ ਕੰਮ ਐਵੇਂ ਹੀ ਨਹੀਂ ਉਹਨਾਂ ਨੇ ਕਰ ਦਿੱਤਾ। ਹਰ ਇੱਕ ਕੰਮ ਦੇ ਪਿੱਛੇ ਕੋਈ ਨਾ ਕੋਈ ਮਕਸਦ ਹੈ। ਸਾਡੀ ਤਿਆਰੀ ਹੋਣੀ ਸੀ, ਸਾਨੂੰ ਤਿਆਰ ਕਰਨਾ ਸੀ। ਸੋ ਗੁਰੂ ਪਾਤਸ਼ਾਹ ਦੀਆਂ ਜਿਹੜੀਆਂ ਰਹਿਮਤਾਂ ਨੇ ਉਹਨਾਂ ਨੂੰ ਝੋਲੀ ਅੱਡ ਕੇ ਅਸੀਂ ਆਪਣੀ ਝੋਲੀ ਦੇ ਵਿੱਚ ਉਹਨਾਂ ਕੋਲੇ ਅਰਦਾਸ ਕਰੀਏ ਕਿ ਗੁਰੂ ਮਹਾਰਾਜ ਸਾਡੀ ਝੋਲੀ ਵਿੱਚ ਜੋ ਰਹਿਮਤਾਂ ਪਾ ਗਏ ਨੇ ਸਾਨੂੰ ਉਹ ਸਮਝਣ ਦਾ ਵੀ ਬਲ ਬਖਸ਼ਣ। ਸੋ ਅੱਜ ਦੀਆਂ ਮੇਰੀਆਂ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ। ਅਗਲੇ ਐਪੀਸੋਡ ਦੇ ਵਿੱਚ ਫਿਰ ਤੋਂ ਮਿਲਦੇ ਹਾਂ। ਤਦ ਤੱਕ ਦੇ ਲਈ ਅਗਰ ਮੇਰੇ ਕੋਲ ਕੋਈ ਗਲਤੀ ਹੋ ਗਈ ਹੋਵੇ ਤਾਂ ਆਪਣੀ ਬੱਚੀ ਆਪਣੀ ਭੈਣ ਸਮਝ ਕੇ ਮੈਨੂੰ ਮਾफ़ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।